ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਦੋ ਵੱਡੀਆਂ ਹਸਤੀਆਂ, ਸਰਦਾਰ ਤਰਲੋਚਨ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਔਰ ਇਹਨਾਂ ਦੇ ਨਾਲ ਨੇ ਪ੍ਰੋਫੈਸਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਦੋਨਾਂ ਨੂੰ ਜੀ ਆਇਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਫਤਿਹ। ਕੱਲ ਦਮਦਮਾ ਸਾਹਿਬ ਦੇ ਵਿੱਚ, ਤਲਵੰਡੀ ਸਾਬੋ ਦੇ ਵਿੱਚ ਸੁਖਬੀਰ ਸਿੰਘ ਬਾਦਲ ਇੱਕ ਫਿਕਰ ਜ਼ਾਹਰ ਕਰਦੇ ਆ। ਉਹਨਾਂ ਦੇ ਦੋ ਲਫ਼ਜ਼ ਮੈਨੂੰ ਟੁੰਬਦੇ ਆ, ਥੋੜੇ ਭਾਵੁਕ ਦਿਸੇ। ਪਹਿਲਾਂ ਉਹ ਕਹਿੰਦੇ ਕਿ ਮਲੂਕਾ ਹੋਣ ਜਾਂ ਸੁਖਬੀਰ ਸਿੰਘ ਬਾਦਲ ਉਹ ਗਲਤ ਹੋ ਸਕਦੇ ਆ, ਲੇਕਿਨ ਅਕਾਲੀ ਦਲ ਗਲਤ ਨਹੀਂ। ਮੈਨੂੰ ਉਹਨਾਂ ਦੀ ਗੱਲ ਦੇ ਵਿੱਚ ਵਜਨ ਲੱਗਿਆ। ਲੇਕਿਨ ਦੂਜੀ ਗੱਲ ਜਿਹੜੀ ਉਹਨਾਂ ਕੀਤੀ, ਉਹ ਕਹਿੰਦੇ ਕਿ ਦਿੱਲੀ ਕਮੇਟੀ ਦੇ ਉੱਤੇ ਤਾਂ ਕਬਜ਼ਾ ਕਰ ਲਿਆ ਗਿਆ, ਹੁਣ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆ। ਪੰਥ ਨੂੰ, ਕੌਮ ਨੂੰ ਜਾਗਣਾ ਚਾਹੀਦਾ ਹੈ ਔਰ ਸਾਨੂੰ ਆਪਣੀਆਂ ਸੰਸਥਾਵਾਂ ਤੇ ਬਿਲਕੁਲ ਅੱਗੇ ਵਧਣਾ ਚਾਹੀਦਾ ਪੋਜ਼ਿਟਿਵਲੀ। ਸੋ ਇਹ ਦੋ ਪਹਿਲੂ ਮੈਨੂੰ ਥੋੜਾ ਜਿਹਾ ਫਿਕਰਮੰਦ ਕਰ ਗਏ ਕਿ ਸੱਚਮੁੱਚ ਇਹ ਚੀਜ਼ਾਂ ਨੂੰ ਆਪਾਂ ਕਿਵੇਂ ਐਡਰੈਸ ਕਰੀਏ। ਮੈਂ ਸਰਦਾਰ ਤਰਲੋਚਨ ਸਿੰਘ ਹੋਣਾ ਨਾਲ ਇਹ ਗੱਲ ਕਰ ਰਿਹਾ ਸੀਗਾ ਔਰ ਮੈਨੂੰ ਇਹ ਵੀ ਲੱਗਿਆ ਕਿ ਸਾਰੀ ਉਮਰ ਇਹਨਾਂ ਸੰਸਥਾਵਾਂ ਨੂੰ ਦੇਖਿਆ, ਇਹਨਾਂ ਲੀਡਰਸ਼ਿਪ ਦੇ ਨਾਲ ਬਿਤਾਈ ਆ। ਪ੍ਰੋਫੈਸਰ ਬਲਕਾਰ ਸਿੰਘ ਨੇ ਉਤਰਾਅ ਚੜਾਅ ਜ਼ਿੰਦਗੀ ਦੇ ਦੇਖਿਆ, ਲੀਡਰਸ਼ਿਪ ਦੇ ਐਟੀਟਿਊਡ ਬਦਲਦੇ ਦੇਖਿਆ, ਉਹਨਾਂ ਦੇ ਕੌਮੀ ਨਜ਼ਰੀਏ ਵੀ ਦੇਖਿਆ। ਸੋ ਮੈਨੂੰ ਲੱਗਿਆ ਕਿ ਮੇਰੇ ਨਾਲੋਂ ਬਿਹਤਰ ਇਹ ਦੋਨੇ ਜ਼ਿਆਦਾ ਜਾਣਦੇ ਆ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਹ ਫਿਕਰ, ਸਰਦਾਰ ਤਰਲੋਚਨ ਸਿੰਘ ਜੀ ਮੈਨੂੰ ਦੱਸਿਓ ਕਿੰਨਾ ਕੁ ਜਾਇਜ਼ ਆ? ਸ਼੍ਰੋਮਣੀ ਕਮੇਟੀ ਨੂੰ ਇਹ ਸਾਰੇ ਨਾਲ ਕਿਵੇਂ ਖਤਰਾ ਪੈਦਾ ਹੁੰਦਾ? ਸੋ ਮੈਨੂੰ ਸਮਝਾਇਓ ਜ਼ਰਾ, ਕਿਉਂਕਿ ਮੇਰੀ ਸਮਝ ਉਨੀ ਸਟੀਕ ਹੈ ਨਹੀਂ। ਸਰਦਾਰ ਤਰਲੋਚਨ ਸਿੰਘ। ਰੰਧਾਵਾ ਸਾਹਿਬ, ਇਹ ਬੜੇ ਅੱਛਾ ਇੰਟਰਸਟਿੰਗ ਟਾਪਿਕ ਹੈ। ਅਸੀਂ ਸਾਰੇ ਜਿੰਨੇ ਬੈਠੇ ਆ ਜਾਂ ਸਾਡੇ ਸੁਣਨ ਵਾਲੇ, ਹਰ ਬੰਦਾ ਪੋਲਿਟਿਕਸ ਜਾਣਦਾ ਅੱਜ ਕੱਲ। ਕੋਈ ਇਹ ਨਹੀਂ ਕਿ ਅਸੀਂ ਇਹਨਾਂ ਲੋਕਾਂ ਨੂੰ ਸਮਝਾ ਰਹੇ ਹਾਂ ਜਿਹੜੇ ਜਾਣਦੇ ਨਹੀਂ। ਮੈਨੂੰ ਤਾਂ ਕਈ ਗੱਲਾਂ ਸੁਣ ਕੇ ਹਾਸੀ ਆਉਂਦੀ ਹੈ ਕਿ ਸਾਡੇ ਸਿੱਖ ਲੀਡਰ, ਦੇਖੋ ਸਰ ਸੁਖਬੀਰ ਸਿੰਘ ਬਾਦਲ ਬੜੀ ਵੱਡੀ ਪੋਜੀਸ਼ਨ ਤੇ ਰਹੇ, ਮੁੱਖ ਮੰਤਰੀ ਆਲਮੋਸਟ ਇਹ ਹੀ ਸਨ, ਸ਼੍ਰੋਮਣੀ ਕਮੇਟੀ ਦੇ ਸਾਰਾ ਕੁਝ ਇਹ ਹੀ ਸਨ, ਅਕਾਲੀ ਦਲ ਦੇ ਪ੍ਰਧਾਨ। ਜਦੋਂ ਇਹੋ ਜਿਹੇ ਨਾਅਰੇ ਲਗਾਉਂਦੇ ਆ ਤਾਂ ਉਹ ਕੀ ਸਮਝ ਕੇ ਲਗਾਉਂਦੇ ਆ ਵੀ ਜਿਹੜੇ ਸੁਣ ਰਹੇ ਆ ਉਹ ਇਹਨੂੰ ਕਿਵੇਂ ਮੰਨਣਗੇ? ਦੇਖੋ ਗੱਲ ਬੜੀ ਅਜੀਬ ਕਹੀ ਉਹਨਾਂ ਨੇ ਵੀ ਜਦੋਂ ਕਹਿੰਦੇ ਜੀ ਫਲਾਣੇ ਦਾ ਕਬਜ਼ਾ ਹੋ ਗਿਆ। ਕਬਜ਼ਾ ਦਾ ਮਾਇਨਾ ਕੀ ਹੈ? ਕਬਜ਼ਾ ਤਾਂ ਹੁੰਦਾ ਹੈ ਕਿ ਜੇ ਜਿਵੇਂ ਅੱਜ ਕੱਲ੍ਹ ਦੇਖੋ ਜੀ, ਯੂਕਰੇਨ ਤੇ ਰਸ਼ੀਆ ਲੜਾਈ ਹੈ ਕਿ ਰਸ਼ੀਆ ਦਾ ਯੂਕਰੇਨ ਤੇ ਕਬਜ਼ਾ ਹੋ ਜਾਣਾ ਜੀ, ਕੱਲ ਕਿਸੇ ਹੋਰ ਜਗ੍ਹਾ ਹੋ ਜਾਣਾ। ਪੋਲੀਟੀਕਲ ਪਾਰਟੀਆਂ ਦਾ ਸਰਕਾਰ ਤੇ ਕਬਜ਼ਾ ਹੁੰਦਾ, ਲੇਕਿਨ ਜੀ ਗੁਰਦੁਆਰਾ ਕਮੇਟੀ ਤੇ ਕਬਜ਼ਾ ਹੋ ਗਿਆ। ਵੀ ਕਬਜ਼ਾ ਕਿਸ ਤਰ੍ਹਾਂ ਹੋ ਗਿਆ? ਦਿੱਲੀ ਗੁਰਦੁਆਰਾ ਕਮੇਟੀ ਇਲੈਕਟ ਹੋਈ, ਇਲੈਕਸ਼ਨ ਲੜੀ ਗਈ। ਇਲੈਕਸ਼ਨ ਵਿੱਚ ਇਹਨਾਂ ਅਕਾਲੀ ਪਾਰਟੀ ਦੇ 29 ਦੇ ਕਰੀਬ ਜਿੱਤ ਕੇ ਆਏ, ਬਾਕੀ ਵੀ ਦੋਨੋਂ ਤਿੰਨੋਂ ਪਾਰਟੀਆਂ ਲੜੀਆਂ, ਉਹਨਾਂ ਦੇ ਵੀ ਆਏ। ਉਸ ਤੋਂ ਬਾਅਦ ਇਹਨਾਂ ਦੀ ਆਪਣੀ ਪਾਰਟੀ ਦੇ ਸਾਰੇ ਮੈਂਬਰ ਇੱਕੋ ਥਾਂ ਇਕੱਠੇ ਹੋਏ। ਇਕੱਠੇ ਹੋ ਕੇ ਉਹਨਾਂ ਨੇ ਆਪਣਾ ਪ੍ਰਧਾਨ ਚੁਣ ਲਿਆ। ਪ੍ਰਧਾਨ ਚੁਣ ਕੇ ਉਹ ਕਮੇਟੀ ਕੰਮ ਕਰ ਰਹੀ ਹੈ। ਮੈਂ ਅੱਜ ਤੱਕ ਨਹੀਂ ਸੁਣਿਆ ਕਿ ਉਹਨਾਂ ਸੀ ਕਮੇਟੀ ਦਾ ਕੋਈ ਮੈਂਬਰ ਕਿਸੇ ਬੀਜੇਪੀ ਦਾ ਮੈਂਬਰ ਬਣਿਆ ਹੋਵੇ ਜਾਂ ਬੀਜੇਪੀ ਸ਼ਾਮਲ ਹੋਇਆ ਹੋਵੇ। ਹਾਂ, ਇਹ ਜ਼ਰੂਰ ਹੈ ਕਿ ਉਹਨਾਂ ਨੇ ਇੱਕ ਗੱਲ ਕਹੀ ਕਿ ਅਸੀਂ ਹੁਣ ਜਿੰਨੇ ਲੋਕ ਆ, ਅਸੀਂ ਦਿੱਲੀ ਅਕਾਲੀ ਦਲ ਆ, ਅਸੀਂ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹਦੇ ਨਾਲ ਨਹੀਂ ਆ। ਹੁਣ ਇਹਨੂੰ ਬੀਜੇਪੀ ਦਾ ਕਬਜ਼ਾ ਮੰਨ ਲਓ। ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੈ ਕਿ ਪਿਛਲੇ 15 ਸਾਲ 16 ਸਾਲ ਅਸੀਂ ਬੀਜੇਪੀ ਦੇ ਨਾਲ, ਬਾਦਲ ਸਾਹਿਬ, ਸੁਖਬੀਰ, ਸਾਰੀ ਪਾਰਟੀ ਨਾਲ ਜੁੜੀ ਕਿ ਔਰ ਇਸ ਤਰ੍ਹਾਂ ਰਿਹਾ ਕਿ ਅਕਾਲੀ ਦਲ ਦਾ ਦਿੱਲੀ ਦਾ ਪ੍ਰਧਾਨ ਉਹ ਬੀਜੇਪੀ ਦਾ ਐਮਐਲਏ, ਅਕਾਲੀ ਦਲ ਦਾ ਪ੍ਰਧਾਨ ਮਿਊਨਿਸਪਲ ਕਮੇਟੀ ਦਾ ਮੈਂਬਰ। ਕੋਈ ਕਿਸੇ ਨੇ ਨਹੀਂ ਕਿਹਾ ਕਿ ਬੀਜੇਪੀ ਦਾ ਕਬਜ਼ਾ। ਤੇ ਅੱਜ ਕਿਉਂਕਿ ਸੁਖਬੀਰ ਸਿੰਘ ਬਾਦਲ ਦਿੱਲੀ ਗੁਰਦੁਆਰਾ ਕਮੇਟੀ ਦੇ ਸਰਬਰਾਹ ਨਹੀਂ ਤਾਂ ਇਹ ਬੀਜੇਪੀ ਦਾ ਹੋ ਗਿਆ। ਔਰ ਬੀਜੇਪੀ ਦੀ ਜਾਂ ਤਾਂ ਕੋਈ ਮੈਂਬਰ ਬਣਿਆ ਹੋਵੇ, ਬੀਜੇਪੀ ਇਲੈਕਸ਼ਨ ਲੜਦੀ ਹੋਵੇ, ਅੱਜ ਤੱਕ ਮੈਂ ਨਹੀਂ ਸੁਣਿਆ ਜਦ ਦਾ ਮੇਰਾ ਕਿ ਬੀਜੇਪੀ ਨੇ ਕਦੇ ਸ਼੍ਰੋਮਣੀ ਕਮੇਟੀ ਹੈ ਕਿਸੇ ਜਗ੍ਹਾ, ਈਵਨ ਅਦਰ ਗੁਰਦੁਆਰਾ ਇਨ ਇੰਡੀਆ, ਕਿਧਰੇ ਬਈ ਬੀਜੇਪੀ ਦਾ ਬੰਦਾ ਆ ਕੇ ਕਹੇ ਜੀ ਅਸੀਂ ਬੀਜੇਪੀ ਦਾ। ਹਾਂ, ਕਿ ਜਿਹੜੇ ਦਿੱਲੀੋਂ ਬਾਹਰ ਲੋਕ ਰਹਿੰਦੇ ਹਨ ਉਹ ਡਿਫਰੈਂਟ ਪਾਰਟੀਆਂ ਨਾਲ ਜੁੜੇ ਹੋਏ, ਈਵਨ ਸੀਪੀਐਮ ਨਾਲ ਹੈ, ਕੋਈ ਜਨਤਾ ਦਲ ਨਾਲ ਹੈ, ਕੋਈ ਮਮਤਾ ਨਾਲ ਹੈ, ਕੋਈ ਉੱਥੇ ਮੁਲਾਇਮ ਸਿੰਘ ਪਾਰਟੀ 'ਚ ਹੈ, ਕੋਈ ਦਿੱਲੀ ਉਹਦੀ ਲੋਕਲ ਰਾਸ਼ਟਰੀ ਜਿਹੜੀ ਹੈ ਉਹਨਾਂ ਦੇ ਨਾਲ ਹੈ, ਸ਼ਿਵ ਸੈਨਾ ਨਾਲ। ਤਾਂ ਅਸੀਂ ਉਹਨਾਂ ਨੂੰ ਕਹੀਏ ਕਿ ਜੀ ਉਹਨਾਂ ਦਾ ਕਬਜ਼ਾ ਹੋ ਗਿਆ। ਮੈਂ ਸਮਝਦਾ ਕਿ ਲੋਕਾਂ ਨੂੰ ਭੁਲੇਖਾ ਨਹੀਂ ਪਾਉਣਾ ਚਾਹੀਦਾ। ਸਾਨੂੰ ਆਪਣੀ ਲੜਾਈ ਪੋਲੀਟੀਕਲ ਲੜੋ, ਗੁਰਦੁਆਰਿਆਂ ਨੂੰ ਹਥਿਆਰ ਬਣਾ ਕੇ ਅੱਗੇ ਆਉਣ ਲਈ ਕੋਈ ਰਸਤੇ ਨਾ ਲੱਭੋ। ਮੈਂ ਇਸ ਨੂੰ ਸਰਾਸਰ ਗੱਲ ਸਮਝਦਾ। ਔਰ ਕਦੇ ਵੀ ਦੇਖੋ ਕਬਜ਼ਾ ਕਰਨ ਦੀ ਗੱਲ ਨਹੀਂ। ਇੱਕ ਵਾਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਇੱਕ ਦਲ ਬਣਾਇਆ ਸੀ ਕਿ ਸ਼੍ਰੋਮਣੀ ਕਮੇਟੀ ਇਲੈਕਸ਼ਨ ਲੜੇਗਾ। ਹਾਂ, ਉਸ ਵਕਤ ਇਹ ਭਾਵਨਾ ਸੀ ਕੈਰੋਂ ਸਾਹਿਬ ਦੀ ਕਿ ਮੇਰੇ ਬੰਦੇ ਇਲੈਕਟ ਹੋਣ। ਉਹ ਤਾਂ ਕਿਹਾ ਜਾ ਸਕਦਾ ਕਿ ਬੀਜੇਪੀ ਨੇ ਅਫੀਸ਼ੀਅਲੀ ਕਿਸੇ ਪਾਰਟੀ ਨੂੰ ਕਿਹਾ ਤੂੰ ਗੁਰਦੁਆਰਾ ਕਮਿਸ਼ਨ ਲੜ। ਈਵਨ ਰਾਸ਼ਟਰੀ ਸਿੱਖ ਸੰਗਤ ਜਿਹੜੀ ਕਿ RSS ਦੀ ਹੈ, ਉਹਨਾਂ ਦਾ ਕੋਈ ਮੈਂਬਰ ਕਦੇ ਇਲੈਕਸ਼ਨ ਲੜਨ ਦੀ ਖੜਾ ਨਹੀਂ ਹੋਇਆ, ਨਾ ਕਦੇ ਮੈਂ ਸੁਣਿਆ।
ਸੋ ਮੈਂ ਸਮਝਦਾ ਸੁਖਬੀਰ ਸਿੰਘ ਜੀ ਨੇ ਬਹੁਤ ਗਲਤ ਬਿਨਾਂ ਮਤਲਬ ਤੋਂ ਇਹ ਗੱਲ ਕਹਿ ਕੇ ਬੜਾ ਗਲਤ ਹੈ। ਮੈਨੂੰ ਇਹਦੀ ਕੋਈ ਦੇਖੋ ਬੜੀ ਗੱਲ ਕਲੀਅਰ ਹੈ, ਗੁਰਦੁਆਰਾ ਕਮੇਟੀ ਆਜ਼ਾਦ ਹੋਵੇ, ਮੈਂ ਵੀ ਇਹ ਮਹਿਸੂਸ ਕਰਦਾ। ਆਜ਼ਾਦ ਕਿਵੇਂ ਹੋਵੇ ਕਿ ਹਰ ਮੈਂਬਰ ਗੁਰਦੁਆਰੇ ਤੱਕ ਆਪਣੇ ਆਪ ਨੂੰ ਸ਼ਰਧਾਵਾਨ ਹੋਵੇ ਔਰ ਇਸ ਵਿੱਚ ਪੋਲਿਟਿਕਸ ਨਾ ਕਰੇ, ਇਸ ਗੱਲ ਦਾ ਮੈਂ ਵੀ ਧਾਰਨੀ ਆ। ਲੇਕਿਨ ਕੀ ਉਹ ਕੇਵਲ ਅਕਾਲੀ ਦਲ ਦਾ ਔਰ ਸੁਖਬੀਰ ਸਿੰਘ ਬਾਦਲ ਦੀ ਮੋਹਰ ਨਾਲ ਹੋਵੇ ਤੇ ਬਾਕੀ ਸਾਰੇ ਗਲਤ ਹੋਣ, ਮੈਂ ਇਸ ਗੱਲ ਦਾ ਧਾਰਨੀ ਨਹੀਂ ਆ। ਸੋ ਅੱਜ ਦਾ ਜਿਹੜਾ ਬਿਆਨ ਆਉਣ ਦਾ ਇਹਦੇ ਚ ਕੋਈ ਮੇਰੇ ਖਿਆਲ ਪੋਲੀਟੀਕਲ ਇੱਕ ਆਪਣੀ ਉਹਨਾਂ ਦੀ ਇੱਕ ਨਾਰਾ ਹੈ, ਅਦਰਵਾਈਜ਼ ਰਿਐਲਿਟੀ ਇਸ ਤੋਂ ਦੂਰ ਹੈ। ਔਰ ਮੈਂ ਤੇ ਨਾ ਸੁਣਿਆ ਨਾ ਮੈਨੂੰ ਮੇਰੇ ਨੌਲੇਜ ਕਿ ਬੀਜੇਪੀ ਇਹੋ ਜਿਹਾ ਕੰਮ ਕਰੇ ਕਿ ਉਹ ਗੁਰਦੁਆਰਿਆਂ ਤੇ ਆ ਕੇ ਕਿਸੇ ਤਰ੍ਹਾਂ ਜਾਵੇ। ਇਹ ਬਿਲਕੁਲ ਗਲਤ ਗੱਲ ਹੈ ਔਰ ਲੋਕਾਂ ਨੂੰ ਭੁਲੇਖਾ ਪਾਉਣ ਲਈ। ਮਿਹਰਬਾਨੀ ਤੁਹਾਡੀ। ਪ੍ਰੋਫੈਸਰ ਬਲਕਾਰ ਸਿੰਘ, ਤੁਸੀਂ ਸਾਰੀ ਉਮਰ ਸਿੱਖ ਸਿਆਸਤ ਕੀਤੀ ਹੈ, ਸਿੱਖ ਸਿਆਸਤ ਵਿਦਵਾਨ ਵਾਂਗ ਕੀਤੀ ਹੈ, ਟੋੜਾ ਸਾਹਿਬ ਦੇ ਨਾਲ ਰਹੇ ਹੋ, ਬਾਦਲਕਿਆਂ ਦੇ ਬਹੁਤ ਸਾਰੇ ਆਪਣੇ ਤੁਹਾਡੇ ਮਿੱਤਰ ਨੇ, ਹਾਲਾਂਕਿ ਤੁਹਾਡਾ ਮੜੰਗਾ ਮਿਲਿਆ ਨਹੀਂ ਮੈਨੂੰ ਲੱਗਦਾ ਬਾਦਲਕਿਆਂ ਨਾਲ ਕਦੇ। ਮੈਂ ਫਿਰ ਵੀ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਤੱਕ ਰਹੇ ਹੋ, ਕਿਉਂਕਿ ਅਮੂਮਨ ਸਾਡੇ ਬੰਦੇ ਸਭ ਤੋਂ ਸੌਖੀ ਗੱਲ ਕਰਦੇ ਆ ਫਲਾਣੇ ਤੇ ਆਰਐਸਐਸ ਦਾ ਅਸਰ ਹੈ, ਫਲਾਣੇ ਤੇ ਫਲਾਣੇ ਦਾ ਅਸਰ ਹੈ। ਪਰ ਜਿਹੜੀ ਇਹ ਗੱਲ ਆ ਕਿ ਸੁਖਬੀਰ ਸਿੰਘ ਬਾਦਲ ਫਿਕਰ ਮਹਿਸੂਸ ਕਰਦੇ ਆ, ਡਰਦੇ ਆ, ਉਹਨਾਂ ਦੇ ਅੰਦਰ ਇੱਕ ਖੌਫ ਹੈ ਕਿ ਸਾਡੀਆਂ ਕੌਮੀ ਸੰਸਥਾਵਾਂ ਨੂੰ ਜਿਹੜੇ ਗੈਰ ਸਿੱਖ ਨੇ ਉਹ ਹੜੱਪ ਜਾਣਗੇ। ਤੁਹਾਨੂੰ ਲੱਗਦਾ ਇਹ ਜਾਇਜ਼ ਆ, ਗੱਲ ਹੋ ਵੀ ਸਕਦੀ ਹੈ? ਰੰਧਾਵਾ ਸਾਹਿਬ, ਤੁਸੀਂ ਬਹੁਤ ਠੀਕ ਇਸ਼ੂ ਠੀਕ ਮੌਕੇ ਤੇ ਉਠਾਇਆ ਹੈ ਤੇ ਤਰਲੋਚਨ ਸਿੰਘ ਉਹਨਾਂ ਨੇ ਗੱਲ ਕਹਿ ਦਿੱਤੀ ਹੈ ਵੀ ਤੁਸੀਂ ਆਪਣੀ ਸਿਆਸਤ ਕਰੋ, ਗੁਰਦੁਆਰੇ ਨੂੰ ਉਹਦੇ ਵਾਸਤੇ ਨਾ ਵਰਤੋ ਜਾਂ ਸਿਆਸਤ ਘਸੀਟ ਕੇ ਗੁਰਦੁਆਰੇ 'ਚ ਨਾ ਲਿਆਓ। ਜਦੋਂ ਸਿਆਸਤ ਗੁਰਦੁਆਰੇ 'ਚ ਆਏਗੀ ਨੁਕਸਾਨ ਸਿੱਖਾਂ ਦਾ ਹੋਏਗਾ। ਇਹ ਅਸੀਂ ਪਹਿਲਾਂ ਵੀ ਦੇਖਿਆ, ਮੈਂ ਹੋਰ ਐਂਗਲ ਤੋਂ ਅਸਲ 'ਚ ਗੱਲ ਕੀ ਹੈ? ਗੱਲ ਇਹ ਹੈ ਕਿ ਇਸ਼ੂ ਇਹ ਹੈ ਕਿ ਕਬਜ਼ਾ ਕਿਸ ਦਾ ਤੇ ਕਿਉਂ, ਇਹ ਵੇਖਣਾ ਇਹ ਹੈ। ਇਸ ਵੇਲੇ ਹਾਲਤ ਇਹ ਹੈ ਕਿ ਜਦੋਂ ਪੀਟੀਸੀ ਦਾ ਮਾਮਲਾ ਚੱਲਿਆ ਤੇ ਸੁਖਬੀਰ ਉਹਨਾਂ ਨੇ ਇੱਕ ਲਫ਼ਜ਼ ਨਹੀਂ ਕਿਹਾ। ਉਹ ਜਿਹੜੇ ਲੋਕ ਬੋਲਦੇ ਰਹੇ ਉਹਨਾਂ ਨੂੰ ਸੁਖਬੀਰ ਸਿੰਘ ਦੇ ਬਿਹਾਫ ਤੇ ਲੋਕ ਮੰਨਦੇ ਰਹੇ। ਜਥੇਦਾਰ ਨੂੰ ਵੀ ਇਸ ਗੱਲ ਤੇ ਅਟੈਕ ਕੀਤਾ ਕਿ ਉਹ ਸੁਖਬੀਰ ਸਿੰਘ ਦੀ ਲੈਂਗੁਏਜ ਬੋਲਦਾ, ਅਕਾਲੀ ਦਲ ਦੀ ਮਤਲਬ ਪ੍ਰਧਾਨ ਤੇ ਵੀ ਇਹ ਹੋਇਆ। ਹਾਲਾਂਕਿ ਉਹ ਆਪਣੇ ਤੌਰ ਤੇ ਆਪਣੀ ਗੱਲ ਠੀਕ ਵੀ ਕਹਿ ਰਹੇ ਹੋਣਗੇ, ਪਰ ਇਹਨਾਂ ਦਾ ਕਬਜ਼ਾ ਇਹਨਾਂ ਦਾ ਹੋਣ ਕਰਕੇ ਕਬਜ਼ਾ ਸ਼ੋਅ ਹੋ ਰਿਹਾ ਸੀ। ਮੈਂ ਇਹ ਕਹਿਣਾ ਵੀ ਦੇਖੋ ਪ੍ਰਕਾਸ਼ ਸਿੰਘ ਬਾਦਲ ਨੇ ਇਹ ਇੱਕ ਵੈਸੇ ਮੈਂ ਇੱਕ ਚੀਜ਼ ਦੋਨਾਂ ਲਈ ਰੱਖਣਾ ਚਾਹੁੰਦਾ, ਕਬਜ਼ਾ ਸ਼ਬਦ ਕਦੇ ਮਹੰਤਾਂ ਲਈ ਵਰਤਿਆ ਜਾਂਦਾ ਨਹੀਂ। ਮੈਂ ਇਹੀ ਕਹਿ ਰਿਹਾ ਨਾ, ਮੈਂ ਕਹਿੰਦਾ ਕਿ ਕਬਜ਼ਾ ਸ਼ਬਦ ਸਾਡੇ ਦਿਲੋਂ ਦਿਮਾਗ ਤੇ ਆਇਆ ਕਿਉਂ ਤੇ ਕਿਉਂ ਆ ਰਿਹਾ, ਆਉਣਾ ਹੀ ਨਹੀਂ ਚਾਹੀਦਾ। ਜਦੋਂ ਤੁਸੀਂ ਬਿਲਕੁਲ ਰੰਧਾਵਾ ਜੀ ਲੈਣ ਜਾਂਦੇ ਹੋ, ਮੈਂ ਇੱਕ ਮਿੰਟ ਬੋਲਣਾ। ਬਲਕਾਰ ਸਿੰਘ ਬਹੁਤ ਸਿੱਖ ਕੌਮ ਦਾ ਵਿਦਵਾਨ ਹੈ। ਪਹਿਲਾਂ ਤੇ ਮਾਫ ਕਰਿਓ, ਇੱਕ ਸਿੱਖ ਨੂੰ ਇਹ ਕਹਿਣਾ ਕਿ ਸਾਡੇ ਗੁਰਦੁਆਰੇ ਤੇ ਕਬਜ਼ਾ ਹੋ ਰਿਹਾ ਹੈ, ਇਹ ਵੈਸੇ ਹੀ ਬੇਅਦਬੀ ਹੈ। ਸਾਨੂੰ ਸਿੱਖਾਂ ਨੂੰ ਇਹ ਕਹਿਣਾ ਹੀ ਨਹੀਂ ਚਾਹੀਦਾ ਕਿ ਸਾਡਾ ਗੁਰਦੁਆਰੇ ਤੇ ਕੋਈ ਕਬਜ਼ਾ। ਇਹ ਕੋਈ ਅਹਿਮਦ ਸ਼ਾਹ ਅਬਦਾਲੀ ਦਾ ਵਕਤ ਤੇ ਕਬਜ਼ੇ ਸੁਣੇ। ਅੱਜ ਕੱਲ ਦੇ ਜ਼ਮਾਨੇ 'ਚ ਲਫ਼ਜ਼ ਕਰਨਾ ਸਾਡੀ ਡਿਕਸ਼ਨਰੀ ਚੋਂ ਬਲਕਾਰ ਸਿੰਘ ਡਿਲੀਟ ਕਰ ਦੇਵੇ ਕਿ ਖਬਰਦਾਰ। ਬਿਲਕੁਲ, ਮੈਂ ਤਾਂ ਅਸਲ 'ਚ ਆਪਣੇ ਲਈ ਵੀ ਕਹਿ ਰਿਹਾ ਕਿ ਵਿਦਵਾਨ ਕਹਾਉਣ ਵਾਲੇ ਕਿਸੇ ਵੀ ਪੱਧਰ ਦੇ ਲੋਕ, ਬੋਲਣ ਵਾਲੇ ਲੋਕ ਜਦੋਂ ਕਬਜ਼ਾ ਸ਼ਬਦ ਵਰਤਦੇ ਆ, ਬਈ ਗੁਰੂ ਘਰ ਤੇ ਕਬਜ਼ਾ ਹੋ ਸਕਦਾ? ਗੁਰੂ ਤਾਂ ਸ਼ਬਦ ਹੈ, ਸ਼ਬਦ ਤੇ ਕਬਜ਼ਾ ਹੀ ਨਹੀਂ ਹੈਗਾ। ਇਸੇ ਕਰਕੇ ਤਾਂ ਇਹ ਸਾਰੀ ਗੇਮ ਰੂਹਾਨੀਅਤ ਦੀ ਹੈ। ਔਰ ਇਹਦੇ ਵਿੱਚ ਜੇ ਤੁਸੀਂ ਕਬਜ਼ਾ ਸ਼ਬਦ ਵਰਤੋਗੇ, ਮੈਨੂੰ ਕਦੇ ਆਪਣੇ ਆਪ ਤੇ ਵੀ ਤਰਸ ਆਉਣ ਲੱਗ ਗਿਆ ਕਿ ਯਾਰ ਉਹ ਆਪਾਂ ਸ਼ਕਤੀ ਤਾਂ ਉੱਥੋਂ ਲੈਣ ਜਾਂਦੇ ਆ ਤੇ ਬਾਅਦ ਦੇ ਵਿੱਚ ਅਸੀਂ ਸੋਚਦੇ ਹਾਂ ਵੀ ਕੋਈ ਬੰਦਾ ਇਹਨਾਂ ਚੀਜ਼ਾਂ ਤੇ ਕਬਜ਼ਾ ਕਰ ਲੂ। ਸਰਦਾਰ ਬਲਕਾਰ ਸਿੰਘ, ਮੈਂ ਸਿਰਫ ਇੰਨੀ ਗੱਲ ਕਹਿ ਰਿਹਾ ਸੀਗਾ ਕਿ ਦੇਖੋ ਇਹ ਜਿਹੜੀ ਕਬਜ਼ੇ ਦੀ ਗੱਲ ਹੈ ਇਹ ਤੇ ਮਹੰਤਾਂ ਦੇ ਨਾਲ ਖਤਮ ਹੋ ਗਈ ਸੀ, ਨਹੀਂ ਵਰਤਦੇ। ਇਹ ਸੇਵਾ ਹੈ, ਅਸੀਂ ਇਹਦੇ ਵਾਸਤੇ ਲਫ਼ਜ਼ ਸੇਵਾ ਵਰਤਦੇ ਹਾਂ, ਕਦੇ ਵੀ ਕਬਜ਼ਾ ਨਹੀਂ ਵਰਤਦੇ। ਇਹ ਸੁਖਬੀਰ ਸਿੰਘ ਬਾਦਲ ਨੇ ਵਰਤਿਆ। ਔਰ ਮੈਂ ਇਹ ਕਹਿਣਾ ਕਿ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਵਾਰ ਨਹੀਂ ਵਰਤਿਆ, ਪਹਿਲਾਂ ਮਤਲਬ ਪ੍ਰਕਾਸ਼ ਸਿੰਘ ਬਾਦਲ ਨੇ ਵਰਤਿਆ। ਪ੍ਰਕਾਸ਼ ਸਿੰਘ ਬਾਦਲ ਦਾ ਇਹ ਰਿਹਾ ਕਿ ਬਾਕੀ ਕਾਂਗਰਸ ਇਹ ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਹੁਣ ਕਹਿੰਦੇ ਨੇ ਬੀਜੇਪੀ ਕਬਜ਼ਾ ਕਰਨਾ ਚਾਹੁੰਦੀ ਹੈ। ਮੇਰੇ ਕੋਲ ਇਹ ਵੀ ਇਨਫੋਰਮੇਸ਼ਨ ਹੈ ਔਰ ਮੈਂ ਬੰਦਿਆਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਬਿਲਕੁਲ ਇਨਫੋਰਮੇਸ਼ਨ ਅੰਦਰੋਂ ਉਹਨਾਂ ਦਿਓ, ਜਿਹੜੇ ਕਹਿੰਦੇ ਨੇ ਕਿ ਆਪ ਨੇ ਤਿਆਰੀ ਕਰ ਲਈ ਹੈ ਕਬਜ਼ਾ ਕਰਨ ਦੀ। ਇਹ ਜਿਹੜੀ ਤੁਸੀਂ ਗੱਲ ਤੇ ਮਤਲਬ ਸ਼ਰਮਸਾਰ ਹੋ ਰਹੇ ਹੋ ਨਾ, ਉਹਦੇ ਤੇ ਸ਼ਰਮਸਾਰ ਅਸੀਂ ਲਗਾਤਾਰ ਹੁੰਦੇ ਆ ਰਹੇ ਨੇ, ਕਿਉਂਕਿ ਅਸੀਂ ਉਹਨੂੰ ਦੇਖਦੇ ਵੀ ਰਹੇ ਹਾਂ ਤੇ ਉਹਨਾਂ ਨੂੰ ਮਤਲਬ ਸਮਝਦੇ ਵੀ ਰਹੇ ਹਾਂ। ਤੇ ਇਸੇ ਬਾਵਜੂਦ ਸਾਡੇ ਪੱਲੇ ਸ਼ਰਮਿੰਦਗੀ ਹੋਈ ਆ। ਮੈਂ ਇੱਕ ਲੰਬੇ ਲੇਖ ਲਿਖੇ ਸੀ, ਉਹਦੇ 'ਚ ਲਿਖਿਆ ਅਕਾਲੀ ਹੋਣ ਦਾ ਦਰਦ। ਉਹਨਾਂ ਲੇਖਾਂ ਵਿੱਚ ਇਹ ਗੱਲ ਦੱਸੀ ਸੀ ਵੀ ਅਸੀਂ ਅਕਾਲੀ ਹਾਂ, ਮੈਂ ਅੱਜ ਵੀ ਅਕਾਲੀ ਹਾਂ, ਪਰ ਜਿਹੜੇ ਮਤਲਬ ਮੈਂ ਕਸੂਰ ਨਹੀਂ ਕੀਤਾ ਉਹਦੀ ਸਜ਼ਾ ਮੈਨੂੰ ਕਿਉਂ ਮਿਲ ਰਹੀ ਹੈ। ਮੈਂ ਤੁਹਾਡੀ ਗੱਲ ਜਿਹੜੀ ਸ਼ੁਰੂ ਇੱਥੋਂ ਰੰਧਾਵਾ ਸਾਹਿਬ ਕਰਨਾ ਚਾਹਨਾ ਵੀ ਪ੍ਰਕਾਸ਼ ਸਿੰਘ ਬਾਦਲ ਦਾ ਲੇਟੈਸਟ ਇਹ ਐਟੀਟਿਊਡ ਹੈ
ਕਿ ਸਰਕਾਰ ਚਲੀ ਗਈ ਹੈ, ਕੋਈ ਗੱਲ ਨਹੀਂ, ਫੇਰ ਆ ਜਾਏਗੀ, ਜਾਂਦੀ ਆਉਂਦੀ ਰਹਿੰਦੀ ਹੈ, ਕਦੇ ਕੋਈ ਆ ਜਾਂਦਾ, ਕਦੇ ਕੋਈ ਪਰ ਸ਼੍ਰੋਮਣੀ ਕਮੇਟੀ ਨਹੀਂ ਹੱਥੋਂ ਜਾਣੀ ਚਾਹੀਦੀ। ਹੁਣ ਅਸੀਂ ਕਬਜ਼ਾ ਲਫ਼ਜ਼ ਛੱਡ ਦਿੱਤਾ, ਹੱਥੋਂ ਨਹੀਂ ਜਾਣੀ ਚਾਹੀਦੀ। ਔਰ ਉਹਨਾਂ ਨੇ ਇਹਨੂੰ ਕਰ ਹੁਣ ਸ਼੍ਰੋਮਣੀ ਕਮੇਟੀ ਹੈ, ਪਰ ਮਤਲਬ ਸ਼੍ਰੋਮਣੀ ਕਮੇਟੀ ਦੇ ਜਾਣ ਦਾ ਫਿਕਰ ਉਹਨਾਂ ਨੂੰ ਕਿਉਂ ਹੈ? ਹੁਣ ਇਹ ਆ ਵੀ ਅਕਾਲੀ ਦਲ ਤੇ ਪਹਿਲਾਂ ਵੀ ਐਸਜੀਪੀਸੀ ਦੇ ਨਾਲ ਚੱਲ ਰਿਹਾ ਸੀ। ਮਾਸਟਰ ਤਾਰਾ ਸਿੰਘ ਵੇਲੇ ਤੋਂ ਮੈਂ ਦੇਖ ਰਿਹਾ, ਮਾਸਟਰ ਤਾਰਾ ਸਿੰਘ ਅਕਾਲੀ ਦਲ ਦੇ ਨਾਲ ਚੱਲਦਾ ਸੀ, ਅਕਾਲੀ ਦਲ ਦੇ ਬੰਦੇ ਜਿੱਤੇ ਸਨ, ਤੇ ਪਰ ਮਾਸਟਰ ਤਾਰਾ ਸਿੰਘ ਜਿਵੇਂ ਚੱਲਦਾ ਸੀ ਉਹਨੂੰ ਕਦੇ ਨਹੀਂ ਕਿਹਾ ਵੀ ਉਹਦੀ ਕੋਈ ਐਸਜੀਪੀਸੀ ਤੇ ਵਧੀਕੀ ਕਰ ਰਿਹਾ ਜਾਂ ਜਿਹਨੂੰ ਕਬਜ਼ਾ ਲਫ਼ਜ਼ ਇਹ ਵਰਤੇ ਨੇ ਉਹੋ ਜਿਹੀ ਗੱਲ ਕਰ ਰਿਹਾ ਹੈ। ਕਿਉਂਕਿ ਉਹਨਾਂ ਨੇ ਅਕਾਲੀ ਦਲ ਦਾ ਦੇ ਕਰਕੇ ਐਸਜੀਪੀਸੀ ਦਾ ਨੁਕਸਾਨ ਕਦੇ ਨਹੀਂ ਸੀ ਹੋਣ ਦਿੱਤਾ। ਮੈਂ ਫਿਕਰ ਹੈ ਕਹਿਣਾ, ਅਕਾਲੀ ਦਲ ਕਰਕੇ ਐਸਜੀਪੀਸੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਸੀ ਕਦੇ। ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਵਾਸਤੇ ਨਹੀਂ ਵਰਤਿਆ ਸੀ। ਹੁਣ ਇਹ ਸਵਾਲ ਹੈ ਕਿ ਜੇ ਮਾਸਟਰ ਤਾਰਾ ਸਿੰਘ ਜਿਹੜਾ ਉਹ ਸੰਜਮ ਔਰ ਸਿੱਖੀ ਵਿਖਾ ਰਿਹਾ ਸੀ, ਰਹਿਤ ਵਿਖਾ ਰਿਹਾ ਸੀ, ਕਿ ਅੱਜ ਉਹ ਹੈ? ਅੱਜ ਹੁਣ ਤੁਸੀਂ ਆਪ ਹੀ ਕਹਿ ਦਿੱਤਾ ਵੀ ਲਫ਼ਜ਼ ਕਬਜ਼ਾ ਉਹੀ ਵਰਤ ਰਹੇ ਨੇ। ਇਹਦਾ ਮਤਲਬ ਕਬਜ਼ਾ ਉਹ ਵਰਤ ਰਹੇ ਨੇ। ਇਹ ਵੀ ਗੱਲ ਡਿਬੇਟੇਬਲ ਹੈ, ਇਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ। ਮੈਂ ਫਿਰ ਉਸ ਤੋਂ ਬਾਅਦ ਤਾਰਾ ਸਿੰਘ ਤੋਂ ਬਾਅਦ ਲੜ ਕੇ ਆਇਆ ਸੰਤ ਫਤਿਹ ਸਿੰਘ, ਪਰ ਸੰਤ ਫਤਿਹ ਸਿੰਘ ਨੇ ਸ਼੍ਰੋਮਣੀ ਕਮੇਟੀ ਦਾ ਉਹ ਨੁਕਸਾਨ ਨਹੀਂ ਹੋਣ ਦਿੱਤਾ ਜਿਹੜਾ ਬਾਦਲ ਸਾਹਿਬ ਦੀ ਅਗਵਾਈ ਵਿੱਚ ਹੋਇਆ ਹੈ। ਹੁਣ ਮੈਂ ਇਹ ਕਹਿਣਾ ਕਿ ਬਾਦਲ ਸਾਹਿਬ ਦੀ ਅਗਵਾਈ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਇਹ ਪਹਿਲਾਂ ਕਦੀ ਬਾਹਰੋਂ ਹੋਇਆ ਹੀ ਨਹੀਂ ਜਿੰਨਾ ਅੰਦਰੋਂ ਹੋਇਆ। ਹੁਣ ਪਰ ਸਰ ਮੈਨੂੰ ਇਹ ਦੱਸੋ, ਅਹਿਮ ਨੁਕਤਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਸੰਵਿਧਾਨਕ ਦਾਇਰਿਆਂ 'ਚ ਹੈ, ਉਹ ਐਕਟ ਰਾਹੀਂ ਬਣੀ ਆ ਔਰ ਭਾਰਤ ਸਰਕਾਰ ਇਹਦੀ ਇਲੈਕਸ਼ਨ ਕਰਾਉਂਦੀ ਹੈ, 3 ਸੂਬਿਆਂ 'ਚ ਫੈਲੀ ਹੋਈ ਆ। ਗ੍ਰਹਿ ਮੰਤਰਾਲਾ ਨੋਟੀਫਿਕੇਸ਼ਨ ਨਾਲ ਇਹਦਾ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਤਾ ਕਿਸੇ ਜੱਜ ਨੂੰ ਅਕਸਰ। ਸੋ ਬੰਦੇ ਤਾਂ ਚੁਣ ਕੇ ਆਉਂਦੇ, ਲੋਕ ਚੁਣਦੇ ਆ। ਫਿਰ ਅਸੀਂ ਇਹ ਨਾ ਉਹ ਵਰਤ ਸਕਦੇ ਆ ਸ਼ਬਦ, ਨਾ ਅਸੀਂ ਵਰਤ ਸਕਦੇ ਆ, ਨਾ ਇਹ ਅਕਾਲੀ ਦਲ ਲਈ ਵਰਤਿਆ ਜਾਊਗਾ ਕਿ ਉਹਨਾਂ ਦਾ ਕਬਜ਼ਾ ਹੈ। ਇੱਕ ਹੋਰ ਸਵਾਲ ਹੈ, ਮੰਨ ਲਓ ਕੱਲ ਨੂੰ ਇਹਦੀ ਇਲੈਕਸ਼ਨ ਹੋ ਜਾਂਦੀ ਹੈ, ਜੇ ਬਹੁਗਿਣਤੀ ਸਿੱਖ ਵੋਟ ਕਿਸੇ ਹੋਰ ਪਾਰਟੀ ਦੇ ਉਮੀਦਵਾਰਾਂ ਨੂੰ ਪਾਉਂਦੇ, ਪਹਿਲੀ ਗੱਲ ਤੇ ਪਾਰਟੀਆਂ ਇਹਦੇ 'ਚ ਲੜ ਹੀ ਨਹੀਂ ਸਕਦੀਆਂ। ਇਹਦੇ ਵਿੱਚ ਹੁਣ ਧਾਰਮਿਕ ਖੇਤਰ ਦੀ ਪਾਰਟੀ ਲੜ ਸਕਦੀ ਹੈ। ਕੀ ਆਮ ਆਦਮੀ ਪਾਰਟੀ ਜਾਂ ਬੀਜੇਪੀ ਜਾਂ ਕਾਂਗਰਸ ਵੀ ਧਾਰਮਿਕ ਬਣਾ ਲੈਣਗੀਆਂ? ਕੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਸ਼ਿਆਰਪੁਰ ਦੀ ਕੋਰਟ 'ਚ ਇਲੈਕਸ਼ਨ ਲੜ ਰਿਹਾ ਕਿ ਸਾਡਾ ਇੱਕੋ ਸੰਵਿਧਾਨ ਹੈ, 2 ਨਹੀਂਗੇ, ਉਹਨਾਂ ਨੂੰ 2 ਦਾ ਥ੍ਰੈਟ ਆ, ਔਰ ਇਹਦੇ ਮਾਮਲੇ ਦੇ ਵਿੱਚ ਕੀ ਅਕਾਲੀ ਦਲ ਅਗਲੀ ਇਲੈਕਸ਼ਨ ਆਪਣੇ ਚੋਣ ਨਿਸ਼ਾਨ ਤੇ ਲੜੂਗਾ, ਆਪਣੇ ਸੰਵਿਧਾਨ ਉਸ ਦੇ ਉੱਤੇ ਲੜੂਗਾ ਜਿਹੜਾ ਸੰਵਿਧਾਨ ਉਹ ਭਾਰਤੀ ਚੋਣ ਕਮਿਸ਼ਨ ਨੂੰ ਦਿੰਦੀ? ਇਹ ਵੀ ਵੱਡੇ ਸਵਾਲ ਹੈ। ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਇਹਨਾਂ ਅਦਾਰਿਆਂ ਦੇ ਉੱਤੇ ਪ੍ਰਬੰਧ ਕਿਸੇ ਹੋਰ ਦਾ ਚੱਲ ਜੂਗਾ ਕਬਜ਼ੇ ਦੀ ਬਜਾਏ। ਜੇ ਪ੍ਰਬੰਧ ਦੀ ਗੱਲ ਕਰੀਏ ਤਾਂ ਪ੍ਰਬੰਧ ਤਾਂ ਸਿੱਖ ਸੰਗਤ ਦੇਊਗੀ ਨਾ। ਉਹ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਲੜਨ ਵਾਲੇ ਉਮੀਦਵਾਰਾਂ ਰਾਹੀਂ ਵੀ ਆ ਸਕਦਾ ਹੈ ਤੇ ਉਹ ਕਿਸੇ ਹੋਰ ਧਾਰਮਿਕ ਸੰਸਥਾ ਦੇ ਰੂਪ ਚ ਵੀ ਆ ਸਕਦਾ ਹੈ, ਜਿਹਨੂੰ ਸਰਪ੍ਰਸਤੀ ਕਾਂਗਰਸ ਦੀ ਵੀ ਹੋ ਸਕਦੀ ਹੈ, ਆਪ ਦੀ ਵੀ ਹੋ ਸਕਦੀ, ਬੀਜੇਪੀ ਦੀ ਵੀ ਹੋ ਸਕਦੀ ਆ, ਕਿਉਂਕਿ ਲੋਕ ਤਾਂ ਸਾਰੇ ਸਿਆਸੀ ਹੋ ਗਏ। ਪਿੰਡ ਦੀ ਥੱਲੇ ਦੀ ਧਰਾਤਲ ਤੱਕ ਹਰ ਬੰਦਾ ਸਿਆਸੀ ਹੋਇਆ ਫਿਰਦਾ ਜੀ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਔਰ ਇਹ ਗੱਲ ਮੈਂ ਤੁਹਾਨੂੰ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਠੀਕ ਹੈ। ਇਸ ਵੇਲੇ ਇੱਕ ਸਮੱਸਿਆ ਹੋਰ ਪੈਦਾ ਹੋ ਰਹੀ ਹੈ ਕਿਉਂਕਿ ਸਿੱਖ ਜਿਹੜੇ ਨੇ ਸਾਰੀ ਦੁਨੀਆ ਵਿੱਚ ਫੈਲ ਗਏ ਨੇ। ਅਸੀਂ ਪੰਜਾਬ ਸਪੈਸੀਫਿਕ ਪ੍ਰੋਬਲਮ ਜਿਹੜੀਆਂ ਨੇ ਉਹ ਸਾਡੇ ਗਲ ਪੈ ਗਈਆਂ ਨੇ। ਜਿਹੜੀ ਗੱਲ ਜਿਵੇਂ ਪੰਜਾਬ ਦੀ ਜਿਹੜੀ ਇਸ਼ੂ ਹੈ ਉਹ ਕਲਕੱਤੇ ਵਾਲਿਆਂ ਦਾ ਨਹੀਂ ਹੈ, ਕਲਕੱਤੇ ਵਾਲਿਆਂ ਦਾ ਇਸ਼ੂ ਕੈਨੇਡਾ ਵਿੱਚ ਨਹੀਂ ਹੈ, ਵੈਨਕੂਵਰ ਵਿੱਚ ਨਹੀਂ ਹੈ, ਇਸ ਕਰਕੇ ਇਹ ਲੰਬਾ ਹੋ ਗਿਆ। ਜਿਹੜੀ ਗੱਲ ਤੁਸੀਂ ਕਹੀ ਹੈ ਵੀ ਵਿਧਾਨਕ ਤੌਰ ਤੇ ਉਹ ਠੀਕ ਹੈ, ਇਹ ਮਤਲਬ ਇੱਥੇ ਇਹ ਪੰਜਾਬ ਸਪੈਸੀਫਿਕ ਪ੍ਰੋਬਲਮ ਰਹੇ, ਪਰ ਇਹਦੇ ਨਾਲ ਇੱਕ ਗੱਲ ਹੁਣ ਇਸ ਵੇਲੇ ਇਸ਼ੂ ਹੈ ਸਾਰੇ ਦੁਨੀਆ ਦੇ ਸਿੱਖਾਂ ਦਾ ਬਣ ਗਿਆ ਹੈ ਤੇ ਸਾਰੇ ਦੁਨੀਆ ਦੇ ਸਿੱਖਾਂ ਦਾ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਇਹ ਅਹਿਸਾਸ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਤੇ ਕਿਸੇ ਸਿਆਸੀ ਪਾਰਟੀ ਨੂੰ ਆਪਣੇ ਸਿੰਬਲ ਤੇ ਇਲੈਕਸ਼ਨ ਨਹੀਂ ਲੜਨੀ ਚਾਹੀਦੀ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਜਿਹੜੀ ਹੈ ਉਹ ਲੋਕਾਂ ਨੂੰ ਸਿੱਖ ਵਾਂਗੂ ਲੜਨੀ ਚਾਹੀਦੀ ਹੈ ਤੇ ਆਪਾਂ ਨੂੰ ਸਿੱਖ ਵਾਂਗੂ ਹੀ ਜਾਣੇ ਚਾਹੀਦੇ ਨੇ। ਉੱਥੇ ਬੰਦੇ ਉਹੀ ਜਾਣੇ ਚਾਹੀਦੇ ਨੇ ਜਿਨ੍ਹਾਂ ਨੇ ਉਹਨੂੰ ਸਿਆਸੀ ਪੌੜੀ ਨਹੀਂ ਬਣਾਉਣਾ। ਇਹ ਲੋਕਾਂ ਨੂੰ ਸਮਝ ਆ ਗਿਆ। ਇਹ ਸਮਝ ਜਿਹੜਾ ਹੈ ਉਹ ਇਹਨਾਂ ਕਰਕੇ ਆਇਆ। ਮੈਂ ਹੈਰਾਨ ਇਸ ਕਰਕੇ ਮੈਂ ਫਿਕਰਾ ਇਹ ਕਰਨਾ ਚਾਹੁੰਦਾ, ਸੋਚਿਆ ਸਮਝਾ ਤੇ ਯਾਰ ਜਿਹੜੇ ਬੰਦੇ ਉੱਥੇ ਕਾਬਜ ਹੋਏ ਬੈਠੇ ਨੇ, ਜਿਨ੍ਹਾਂ ਦੀ ਚੱਲਦੀ ਆ ਉੱਥੇ, ਜਿਨ੍ਹਾਂ ਦੀ ਤੂਤੀ ਬੋਲਦੀ ਆ ਉੱਥੇ, ਜਿਨ੍ਹਾਂ ਜਿਵੇਂ ਮਰਜ਼ੀ ਬੋਲਦੇ ਨੇ, ਉਹੀ ਕਹੀ ਜਾਂਦੇ ਨੇ ਫਲਾਣਾ ਬੰਦਾ ਆਣ ਕੇ ਕਬਜ਼ਾ ਕਰ ਲੇਗਾ। ਇਹ ਤੇ ਇਹ ਕਿਹਨੂੰ ਸਮਝਾ ਰਹੇ ਨੇ? ਤਰਲੋਚਨ ਸਿੰਘ ਦੀ ਗੱਲ ਠੀਕ ਹੈ ਕਿ ਐਂ ਤੁਸੀਂ ਆਪਣੀ ਸਿਆਸਤ ਦੇ ਫਿਕਰੇ ਮਾਰ ਕੇ ਤੁਸੀਂ ਦੁਨੀਆ ਨੂੰ ਕਨਫਿਊਜ਼ ਨਹੀਂ ਕਰ ਸਕਦੇ। ਹੁਣ ਦੁਨੀਆ ਕਲੀਅਰ ਹੈ ਇਸ ਗੱਲ ਤੇ ਵੀ ਇੱਕ ਪਰਿਵਾਰ ਦਾ ਜਿਹੜਾ ਉੱਤੇ ਮਤਲਬ ਗਲਬਾ ਹੈ, ਉਸ ਗਲਬੇ ਨੂੰ ਕਿਵੇਂ ਉਹ ਤੋਂ ਬਚਣਾ ਹੈ, ਉਹ ਬਚਣ ਦੀ ਕੋਸ਼ਿਸ਼ ਹੋ ਰਹੀ ਹੈ। ਕੱਲ ਨੂੰ ਕੀ ਹੁੰਦਾ? ਪ੍ਰੋਫੈਸਰ ਸਾਹਿਬ ਮੈਂ ਤੁਹਾਡੀ ਇਸ ਗੱਲ ਨੂੰ ਸਰਦਾਰ ਤਰਲੋਚਨ ਸਿੰਘ ਜੀ ਤੋਂ ਲੈ ਕੇ ਜਾਨਣਾ ਹੈ। ਸਰਦਾਰ ਸਾਹਿਬ ਮੈਨੂੰ ਇਹ ਗੱਲ ਸਮਝਾਓ ਕਿ ਜੇਕਰ ਪ੍ਰੋਫੈਸਰ ਸਾਹਿਬ ਦੀ ਗੱਲ ਨੂੰ ਮੈਂ ਧਰਾਤਲ ਤੇ ਰੱਖ ਲਵਾਂ, ਇਹਨੂੰ ਮੈਂ ਆਧਾਰ ਬਣਾ ਲਾਂ ਕਿ ਬਾਦਲ ਕਿਆਂ ਨੇ ਨੁਕਸਾਨ ਕੀਤਾ, ਤਾਂ ਫਿਰ ਬਾਰ-ਬਾਰ ਲੋਕ ਉਹਨਾਂ ਨੂੰ ਜਿਤਾਉਂਦੇ ਕਿਉਂ ਰਹੇ? ਆਪਾਂ ਨੂੰ ਸਿਰਫ ਇੱਕ ਲਾਈਨਰ ਸਟੇਟਮੈਂਟ ਨਾਲ ਨਹੀਂ ਸਾਰਨਾ ਪੈਣਾ।
ਬਹੁਤ ਵਾਰੀ ਇਲੈਕਸ਼ਨ ਹੋਈਆਂ, ਤੁਸੀਂ ਆਪ ਕਹਿ ਰਹੇ ਹੋ ਕਿ ਸਾਧ ਸੰਗਤ ਬੋਰਡ ਕੈਰੋਂ ਨੇ ਬਣਾ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਲਈ ਪੂਰਾ ਅੰਮ੍ਰਿਤਸਰ ਛਾਉਣੀ 'ਚ ਤਬਦੀਲ ਕਰਤਾ ਸੀ ਤੇ ਬਾਦਲ ਕੇ ਉਹਨਾਂ ਨੂੰ ਕਿਤੇ ਹੋਰ ਲੈ ਗਏ ਸੀ। ਹੁਣ ਇਹ ਸਾਰੀਆਂ ਕਵਾਇਦਾਂ ਦਰਮਿਆਨ ਬਾਰ-ਬਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਦਲ ਧੜੇ ਦੇ ਜਿੱਤਦੇ ਰਹੇ ਨੇ। ਸੋ ਆਪਾਂ ਇਹਨੂੰ ਸੰਵਿਧਾਨਕ ਪ੍ਰਕਿਰਿਆ ਹੀ ਮੰਨਾਂਗੇ। ਆਪਾਂ ਕਿੱਦਾਂ ਕਹਿ ਸਕਦੇ ਜਦੋਂ ਬਹੁ ਗਿਣਤੀ ਲੋਕ ਉਹਨਾਂ ਨੂੰ ਸਮਰਥਨ ਬਾਰ-ਬਾਰ ਦਿੰਦੇ ਰਹੇ ਆ ਤੇ ਇਹਦਾ ਮਤਲਬ ਹੈ ਕਿ ਉਹਨਾਂ ਦੀ ਸੋਚ ਦੇ ਨਾਲ ਤੁਰਦੇ ਰਹੇ ਆ। ਸੋ ਇਸ ਵੇਲੇ ਜਦੋਂ ਬਹੁਤੀ ਵਾਰੀ ਉਹਨਾਂ ਤੇ ਇਲਜ਼ਾਮ ਆਉਂਦੇ ਆ ਤੇ ਉਹਨਾਂ ਦੇ ਵੀ ਫਿਕਰ ਵੱਧਦੇ ਆ। ਇਹ ਫਿਕਰ ਕਿਉਂ? ਅਗਲੀ ਵਾਰੀ ਫਿਰ ਜਿੱਤ ਕੇ ਆ ਜਾਓ, ਕੀ ਫਰਕ ਹੈ ਜੀ? ਬੜਾ ਤੁਸੀਂ ਵੈਲਿਡ ਪੁਆਇੰਟ ਲਿਆ, ਜਿਸ ਦਾ ਕਿ ਬੜਾ ਲੋੜ ਹੈ ਤਸ਼ਰੀਹ ਦੇਣ ਦੀ। ਜੋ ਬਲਕਾਰ ਸਿੰਘ ਨੇ ਕਿਹਾ ਗੱਲ ਬੜੀ ਵਜ਼ਨਦਾਰ ਹੈ, ਗੱਲ ਬੜੀ ਕਲੀਅਰ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੇਰੇ ਜਦ ਦੀ ਸ਼੍ਰੋਮਣੀ ਕਮੇਟੀ ਬਣੀ ਇਹ ਅਕਾਲੀ ਦਲ ਦੇ ਕੋਲ ਹੈ। ਇੱਕ ਗੱਲ ਤੇ ਮੰਨੋ ਕਿ ਲੋਕਾਂ ਨੇ ਅਕਾਲੀ ਦਲ ਨੂੰ ਇਹ ਸਮਝਿਆ ਹੁਣ ਤੱਕ ਕਿ ਸਿੱਖਾਂ ਦੀ ਪਾਰਟੀ ਹੈ ਔਰ ਇਹਨਾਂ ਕਰਕੇ ਹੀ ਸ਼੍ਰੋਮਣੀ ਕਮੇਟੀ ਬਣੀ, ਮੋਰਚੇ ਲੱਗੇ, ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਇੱਕੋ ਮੰਨਦੇ ਰਹੇ, ਉਹ ਸਿਧਾਂਤ ਚੱਲਦਾ ਰਿਹਾ। ਦੂਜੀ ਗੱਲ, ਰੰਧਾਵਾ ਜੀ ਤੁਸੀਂ ਬੜਾ ਇਤਿਹਾਸ ਨੂੰ ਰੋਜ਼ ਘੋਕਦੇ ਹੋ, ਅੱਜ ਤੱਕ ਸਵਾਈ ਕੈਰੋਂ ਟਾਈਮ ਤੋਂ ਕੋਈ ਪੋਲੀਟੀਕਲ ਪਾਰਟੀ ਗੁਰਦੁਆਰਾ ਕਮੇਟੀ ਵਿੱਚ ਆਈ ਨਹੀਂ। ਇੰਡੀਵਿਜੂਅਲ ਲੋਕ ਕੋਸ਼ਿਸ਼ ਕਰਦੇ ਰਹੇ, ਲੇਕਿਨ ਇੱਕ ਕੋਈ ਪੈਰਲਲ ਬਾਡੀ ਬਣ ਕੇ ਇਲੈਕਸ਼ਨ ਲੜੇ ਉਹ ਤੇ ਹੋਇਆ ਹੀ ਨਹੀਂ। ਗੱਲ ਬੜੀ ਸਾਫ਼ ਹੈ। ਡਾਕਟਰ ਜਸਵੰਤ ਸਿੰਘ ਨੇਕੀ ਤੋਂ ਵੱਡਾ ਵਿਦਵਾਨ ਸਿੱਖਾਂ ਨੇ ਪਿਛਲੀ ਸੈਂਚੁਰੀ ਬੜੇ ਘੱਟ ਆਏ। ਉਹ ਇੱਕੋ ਗੱਲ ਕਹਿੰਦੇ ਰਹੇ ਕਿ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ ਇਹ ਐਂਟੀ ਸਿੱਖ ਹੈ, ਇਹ ਅੰਗਰੇਜ਼ ਸਾਡੇ ਗੱਲ ਪੈ ਗਿਆ ਔਰ ਸਿੱਖ ਕੌਮ ਹਮੇਸ਼ਾ ਇਸ ਇਲੈਕਸ਼ਨ 'ਚ ਲੜ ਕੇ ਆਪਣਾ ਨਾਸ਼ ਕਰ ਰਹੀ ਹੈ। ਸੋ ਇਹ ਗੱਲ ਅਸਲ ਤੇ ਧਾਰਨਾ ਉਹ ਹੈ ਕਿ ਬਜਾਏ ਸ਼੍ਰੋਮਣੀ ਕਮੇਟੀ ਇਲੈਕਸ਼ਨ ਹੋਵੇ, ਪਿੰਡਾਂ ਦੇ ਗੁਰਦੁਆਰੇ ਇਲੈਕਸ਼ਨ ਚੁਣਨ ਆਪਣੇ ਬੰਦੇ, ਉਹ ਇੱਕ ਇਲੈਕਟਰਲ ਕਾਲਜ ਬਣੇ, ਉਹ ਇਕੱਠਾ ਹੋ ਕੇ ਉਹਦੀ ਸ਼੍ਰੋਮਣੀ ਕਮੇਟੀ ਬਣੇ। ਜਦ ਤੱਕ ਇਹ ਜਿਹਾ ਕੋਈ ਸਾਡੇ ਸੁਧਾਰ ਨਹੀਂ ਆਉਂਦਾ। ਬਾਕੀ ਜਿਹੜਾ ਤੁਹਾਡਾ ਇਹ ਪੁਆਇੰਟ ਕਿ ਲੋਕ ਅਕਾਲੀਆਂ ਨੂੰ ਵੋਟ ਕਿਉਂ ਪਾਉਂਦੇ, ਕਿਉਂਕਿ ਅਕਾਲੀ ਦਲ ਪਿਛਲੇ ਕੁਝ ਸਾਲਾਂ ਤੋਂ ਹੀ ਆਪਣੇ ਆਪ ਨੂੰ ਪੰਥਕ ਧਿਰ ਛੱਡ ਕੇ ਕਦੇ ਪੰਜਾਬ, ਕਦੇ ਪ੍ਰੋ ਬੀਜੇਪੀ, ਕਦੇ ਪ੍ਰੋ ਕਈ ਕਰਦਾ ਰਿਹਾ। ਪਬਲਿਕ ਜਿਹੜੀ ਹੈ ਇਸ ਵੇਲੇ ਆਫਟਰ ਦਿਸ ਇਲੈਕਸ਼ਨ ਡਿਫੀਟ ਪਬਲਿਕ ਨੂੰ ਪੂਰਾ ਗਿਆਨ ਹੋ ਗਿਆ ਕਿ ਅਕਾਲੀ ਦਲ ਸਿੱਖਾਂ ਦੀ ਪਾਰਟੀ ਨਹੀਂ ਰਹੀ। ਹੁਣ ਇਹ ਸੁਖਬੀਰ ਸਿੰਘ ਬਾਦਲ ਨੇ ਕਿਸੇ ਨੇ ਐਡਵਾਈਸ ਦਿੱਤੀ ਕਿ ਮੁੜ ਕੇ ਤੁਸੀਂ ਇੱਧਰ ਆ ਜਾਓ। ਸੋ ਮੈਂ ਤਾਂ ਹਾਲਾਂ ਵੀ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਵੰਗਾਰ ਹੈ ਕਿ ਕਿਵੇਂ ਆਪਣੇ ਹਲਕਿਆਂ ਵਿੱਚ ਹੁਣ ਤੋਂ ਹੀ ਉਹ ਸੋਚਣ ਵੀ ਕਿਵੇਂ ਸਿੱਖ ਚੰਗੇ ਸੇਵਾ ਕਰਨ ਲੱਗੇ ਆਉਣ। ਤੇ ਉਹ ਦਰਅਸਲ ਜਦ ਤੱਕ ਮੁਹਿੰਮ ਚੱਲਦੀ ਨਹੀਂ, ਉਹ ਹੁਣ ਤਾਂ ਨਹੀਂ ਚੱਲਦੀ ਕਿ ਇੰਨੇ ਗਰੁੱਪ ਬਣ ਗਏ, ਹਰ ਕੋਈ ਕਹਿੰਦਾ ਜੀ ਉਹ ਗਏ ਅਸੀਂ ਆਏ, ਉਹਨਾਂ ਦੀ ਯੂਨਿਟੀ ਨਹੀਂ ਹੋ ਰਹੀ। ਪਬਲਿਕ ਜਿਹੜੀ ਹੈ ਐਟ ਲਾਰਜ ਗੁਰਦੁਆਰਾ ਨਿਜ਼ਾਮ ਠੀਕ ਚਾਹੁੰਦੀ ਹੈ, ਠੀਕ ਸੇਵਾਦਾਰ ਚਾਹੁੰਦੀ ਹੈ, ਗੁਰਦੁਆਰਿਆਂ ਦੇ ਫੰਡ ਦੀ ਠੀਕ ਵਰਤੋਂ ਚਾਹੁੰਦੀ ਹੈ। ਸੋ ਇਸ ਕਰਕੇ ਜਿਹੜਾ ਸਿਆਸੀ ਦਖਲ ਸਾਰੀ ਉਮਰ ਖਤਮ ਹੋਵੇ। ਮੈਂ ਪਹਿਲਾਂ ਬੜੀਆਂ ਤੁਹਾਡੇ ਚੈਨਲ ਦੀ ਮਿਸਾਲ ਦਿੱਤੀ ਸੀ, ਉਹ ਸਾਰੀ ਦੁਨੀਆ 'ਚ ਮੈਨੂੰ ਉਹਦੀ ਤਾਰੀਫ ਆਈ ਕਿ ਕਿਵੇਂ ਬੈਂਕਾਕ ਵਰਗੇ ਮੁਲਕਾਂ 'ਚ ਇਲੈਕਸ਼ਨਾਂ ਹੁੰਦੀਆਂ ਹੀ ਨਹੀਂ, ਕਿਵੇਂ ਦਿੱਲੀ 'ਚ ਕਈ ਐਸੇ ਗੁਰਦੁਆਰੇ ਹੈ ਜਿੱਥੇ ਇਲੈਕਸ਼ਨਾਂ ਹੁੰਦੀਆਂ ਹੀ ਨਹੀਂ। ਲੋਕਾਂ 'ਚ ਇੱਕ ਚਰਚਾ ਹੁਣ ਚੱਲ ਪਈ ਹੈ, ਉਹ ਤੁਹਾਡੀ ਮੈਨੂੰ ਲੋਕ ਕਹਿੰਦੇ ਜੀ ਅਸੀਂ ਰੰਧਾਵਾ ਸਾਹਿਬ ਜੋ ਤੁਹਾਨੂੰ ਸੁਣਿਆ ਇਹ ਕਮਾਲ ਕਰਤਾ। ਸੋ ਲੋੜ ਹੁਣ ਇਹ ਹੈ ਕਿ ਜਿਹੜੇ ਅਕਾਲੀ ਦਲ ਦਾ ਸਿਧਾਂਤਕ ਜਿਹੜੀ ਲੜਾਈ ਹੈ ਉਹ ਹੋਰ ਹੈ, ਉਹ ਗੁਰਦੁਆਰੇ ਨੂੰ ਆਪਣਾ ਸ਼ੀਲਡ ਨਾ ਬਣਾਉ। ਮੇਰੀ ਤੇ ਬੇਨਤੀ ਹੈ ਕਿ ਵੱਡੇ ਬਾਦਲ ਸਾਹਿਬ ਸੁਣਦੇ ਹੋਣ ਕਦੇ ਕਿ ਜੀ ਬੜੀ ਸੇਵਾ ਕਰ ਲਈ, ਬਹੁਤ ਕਰ ਲਈ, ਹੁਣ ਗੁਰਦੁਆਰਾ ਨਿਜ਼ਾਮ ਠੀਕ ਕਰਕੇ ਜਾਓ। ਇਹ ਬੜੀ ਲੋੜ ਹੈ ਕਿ ਇਹਨੂੰ ਸਿਆਸਤ ਚੋਂ ਬਾਹਰ ਕੱਢੋ। ਜਿਹੜੀ ਅਸੀਂ ਬਾਨਾ ਪੜ੍ਹਦੇ ਹਾਂ ਜੀ ਮੀਰੀ ਪੀਰੀ, ਉਹ ਹੋਰ ਚੀਜ਼ ਹੈ, ਉਹਦੇ ਨੂੰ ਸ਼ੀਲਡ ਨਾ ਬਣਾਓ। ਗੁਰਦੁਆਰਾ ਨਿਜ਼ਾਮ ਠੀਕ ਹੋਵੇ, ਲੋਕ ਠੀਕ। ਤੁਹਾਡੀ ਆਵਾਜ਼ ਕੱਟੀ ਗਈ ਹੈ। ਮੈਂ ਸਰਦਾਰ ਬਲਕਾਰ ਸਿੰਘ ਹੋਣਾ ਵੱਲ ਚਲੇ ਜਾਣਾ। ਸਰਦਾਰ ਸਾਹਿਬ, ਜੋ ਸਰਦਾਰ ਤਰਲੋਚਨ ਸਿੰਘ ਹੋਰੀ ਕਹਿ ਰਹੇ ਆ ਕਿ ਇਸ ਪ੍ਰਬੰਧ ਨੂੰ ਆਪਾਂ ਕਿਵੇਂ ਦਰੁਸਤ ਕਰ ਸਕਦੇ ਆ ਕਿ ਇਲੈਕਸ਼ਨ ਤੋਂ ਬਿਨਾਂ ਵੀ ਅਗਲੀ ਗੱਲ ਅੱਗੇ ਵੱਧ ਸਕਦੀ। ਦੇਖੋ ਇਸ ਵੇਲੇ ਜਿਹੜਾ ਵਿਧਾਨਕ ਸਾਨੂੰ ਪ੍ਰੋਵੀਜ਼ਨ ਦਿੱਤਾ ਹੋਇਆ ਨਾ 1925 ਦੇ ਐਕਟ ਦਾ, ਉਹਦੇ ਤੋਂ ਬਾਹਰ ਛੇਤੀ ਨਹੀਂ ਆਇਆ ਜਾ ਸਕਦਾ। ਇਸ ਕਰਕੇ ਮੈਂ ਸਮਝ ਆਏ ਹਾਂ ਕਿ ਅੰਦਰੋਂ ਚੇਤਨਾ ਲਹਿਰ ਤੇ ਚੱਲ ਸਕਦੀ ਹੈ। ਜਿਵੇਂ ਇੱਕ ਗੁਰਦੁਆਰਾ ਸੁਧਾਰ ਲਹਿਰ ਚੱਲੀ, ਉਦੋਂ ਅੰਗਰੇਜ਼ ਗਵਰਨਮੈਂਟ ਤੇ ਮਹੰਤ ਜਿਹੜੇ ਨੇ ਇੱਕ ਪਾਸੇ ਸਨ, ਉਦੋਂ ਉਸ ਤਰ੍ਹਾਂ ਚੱਲੀ। ਹੁਣ ਸਾਡਾ ਆਪਣਾ ਭਾਈਚਾਰਾ ਜਿਹੜਾ ਉਹਦੇ ਨਾਲ ਲੜਾਈ ਹੈ। ਇਹ ਗੁਰਦੁਆਰਾ ਸੁਧਾਰ ਲਹਿਰ 2 ਹੈ ਜਿਹੜੀ, ਇਹ ਡਿਫਰੈਂਟ ਕਿਸਮ ਦੀ ਹੋਣੀ ਹੈ ਤੇ ਚੱਲ ਪਈ ਹੋਈ ਹੈ। ਮੈਂ ਇਹ ਸਮਝਦਾ ਕਿ ਹੁਣ ਲੋਕਾਂ ਕੋਲ ਇਸ਼ੂ ਇਹ ਹੈ ਕਿ ਮਤਲਬ ਜਿਹੜਾ ਅਕਾਲੀ ਦਲ ਹੈ ਉਹ SPC ਦੇ ਥਰੂ ਆਪਣੇ ਵਰਕਰਾਂ ਨੂੰ ਪੱਕਾ ਰੱਖਣਾ ਚਾਹੁੰਦਾ ਹੈ, ਜਾਂ ਸ਼੍ਰੋਮਣੀ ਕਮੇਟੀ ਦੇ ਜਿਹੜੇ EMPLOYEE ਨੇ ਉਹਨਾਂ ਨੂੰ ਆਪਣੇ ਵਰਕਰਾਂ ਵਾਂਗੂ ਵਰਤਣਾ ਚਾਹੁੰਦਾ ਹੈ। ਉਹ ਤਕਰੀਬਨ ਹੋ ਰਿਹਾ ਹੈ, ਉਹਦੇ ਖਿਲਾਫ ਆਵਾਜ਼ ਵੀ ਹੋ ਰਹੀ ਹੈ, ਉਹ ਚੱਲ ਰਿਹਾ ਹੈ। ਮੈਂ ਸਮਝ ਆਇਆ ਕਿ ਅਕਾਲੀ ਦਲ ਸਿਆਸੀ ਪਾਰਟੀ ਹੈ, ਉਹਦਾ ਜਿਹੜਾ ਮੁੱਦਾ ਹੈ, ਉਹਦਾ ਜਿਹੜੀ ਟੀਚਾ ਹੈ ਉਹ ਇਹ ਹੈ ਕਿ ਦੇਸ਼ ਤੇ ਕਾਲ ਕਰਨਾ ਹੈ ਸਿੱਖਾਂ ਦੀ ਸੁਵਿਧਾ ਵਾਸਤੇ।
ਸਿੱਖਾਂ ਦੀ ਬਿਹਤਰੀ ਵਾਸਤੇ, ਸਿੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਹੈ। ਉਹ ਲੱਭਣ ਦੀ ਥਾਂ ਤੇ ਉਹਦੇ ਸਿਸਟਮ ਦੇ ਵਿੱਚ ਆਉਣ ਵਾਲੇ ਨੇ ਤੇ ਉਹਨਾਂ ਨੇ ਸਾਰਾ ਕੁਝ ਜਿਹੜਾ ਪੰਜਾਬ ਕੇਂਦਰਿਤ ਕਰਤਾ ਤੇ ਇੱਥੋਂ ਤੱਕ ਲਿਆਂਦਾ। ਰੰਧਾਵਾ ਸਾਹਿਬ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੇਰੇ ਕੋਲ ਸਬੂਤ ਨੇ ਇਸ ਗੱਲ ਦੇ ਕਿ ਇਹ ਅਕਾਲੀ ਦਲ ਨੇ ਕੀਤਾ ਕਿ ਜੋ ਅਕਾਲੀ ਨਹੀਂ ਉਹ ਸਿੱਖ ਹੀ ਨਹੀਂ। ਭਲੇ ਮਾਨਸ ਕਿਵੇਂ ਹੋ ਸਕਦਾ ਯਾਰ? ਮਤਲਬ ਗੁਰੂ ਨਾਨਕ ਦੀ ਸਿੱਖੀ ਸਾਰੀ ਦੁਨੀਆ ਤੇ ਅਸੀਂ ਗਿਣਤੀ ਸਾਡੀ ਕਰੋੜਾਂ ਵਿੱਚ ਹੈ ਕਿ ਮਤਲਬ ਉਹ 10 ਕਰੋੜ ਤੋਂ ਉੱਤੇ ਟੱਪ ਗਈ ਸੀ ਜਦੋਂ ਅਸੀਂ 550ਵਾਂ ਮਨਾਇਆ ਗੁਰੂ ਨਾਨਕ ਦਾ, ਲੋਕਾਂ ਨੇ ਮਨਾਇਆ, ਔਰ ਉਹ ਬਹੁਤ ਲੰਬਾ ਚੌੜਾ ਕੰਮ ਹੈ। ਹੁਣ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖੀ ਨੇ ਜਿਹੜੀ ਗੱਲ ਲਿਆਂਦੀ ਸੀ ਉਹ ਅਸੀਂ ਵਾਇਆ ਸਿਆਸਤ ਲੋਕਾਂ ਨੂੰ ਨਹੀਂ ਸਮਝਾ ਸਕਦੇ। ਫਰਜ਼ ਕਰੋ ਮੈਂ ਇੱਕ ਫਿਕਰਾ ਕਹਿਣਾ, ਸਰਲੋਚਨ ਸਿੰਘ ਹੋਣੀ ਸਿਆਣੇ ਬੰਦੇ ਨਾਲ, ਜਿਹੜੇ ਮੈਜੋਰਿਟੇਰੀਅਨ ਰਿਲੀਜਨ ਨੇ ਉਹਨਾਂ ਵਿੱਚ ਮਿਨੋਰਿਟੀ ਰਿਲੀਜਨ ਨੇ ਕਿਵੇਂ ਟਿਕਣਾ, ਇਹ ਸਿੱਖੀ ਸੀ। ਔਰ ਇਹ ਰੰਧਾਵਾ ਸਾਹਿਬ, ਦੁਨੀਆ ਭਰ ਵਿੱਚ ਕੋਈ ਵੀ ਜਿਹੜਾ ਰਿਲੀਜਨ ਮੈਜੋਰਿਟੇਰੀਅਨ ਨਹੀਂ ਹੁੰਦਾ, ਕਿਉਂਕਿ ਜੇ ਇੱਥੇ ਹਿੰਦੂ ਮੈਜੋਰਿਟੀ ਹੈ ਤੇ ਉਹ ਸਾਰੀ ਦੁਨੀਆ ਵਿੱਚ ਮਿਨੋਰਿਟੀ ਹੈ। ਸਿੱਖ ਵੀ ਮਿਨੋਰਿਟੀ ਨੇ। ਮਿਨੋਰਿਟੀ ਵਿੱਚ ਰਿਲੀਜਨ ਨੂੰ ਟਿਕਾਉਣਾ ਬੜਾ ਮੁਸ਼ਕਿਲ ਹੁੰਦਾ ਹੈ। ਇਸਲਾਮ ਨਾਲ ਝਗੜੇ ਹੋਏ, ਕ੍ਰਿਸਚੀਅਨ ਨਾਲ ਸੰਭਲੇ ਹੋਏ, ਮਤਲਬ ਯਹੂਦੀਆਂ ਨਾਲ ਜ਼ੁਲਮ ਹੋਏ, ਸਾਡੇ ਨਾਲ ਹੋਏ, ਉਹ ਜਿਹੜੇ ਨੇ ਉਹਦੇ ਵਿੱਚ ਸਿੱਖੀ ਨੇ ਟਿਕਣ ਦਾ ਇੱਕ ਰਾਹ ਲੱਭਿਆ ਹੋਇਆ ਸੀ। ਉਹ ਰਾਹ ਅਕਾਲੀ ਦਲ ਨੇ ਬੰਦ ਕਰਤਾ ਆਪਣੀ ਸਿਆਸਤ ਨਾਲ। ਅਸੀਂ ਉਸ ਰਾਹ ਤੇ ਮੁੜ ਕੇ ਜਾਣਾ ਚਾਹੁੰਦੇ ਹਾਂ ਤੇ ਮੈਂ ਇਹ ਸਮਝਣਾ ਕਿ SCPC ਮੂਲ ਹੈ ਤੇ SCPC ਦੇ ਕਰਕੇ ਹੀ ਅਕਾਲੀ ਦਲ ਬਣਿਆ ਸੀ ਤੇ SCPC ਹੁਣ ਅਕਾਲੀ ਦਲ ਦੇ ਪੈਰੋਂ ਨਹੀਂ ਉਜੜਨੀ ਚਾਹੀਦੀ। SCPC ਦਾ ਨੁਕਸਾਨ ਅਕਾਲੀ ਦਲ ਦੇ ਪੈਰੋਂ ਨਹੀਂ ਹੋਣਾ ਚਾਹੀਦਾ। ਇੰਨਾ ਇਸ਼ੂ ਹੈ ਇਹ ਲੋਕਾਂ ਦੇ। ਪਰ ਸਰਦਾਰ ਬਲਕਾਰ ਸਿੰਘ, ਸਰਦਾਰ ਤਰਲੋਚਨ ਸਿੰਘ ਉਹਨਾਂ ਨੂੰ ਵੀ ਜੋੜੀਏ ਨਾਲ ਇਸ ਮਾਮਲੇ 'ਚ। ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਰਾਹੀਂ ਫਿਰ ਇੱਕ ਵਾਰੀ ਪੰਜਾਬ ਦੀ ਸਿਆਸਤ ਦੇ ਵਿੱਚ ਪ੍ਰਸੰਗਿਕਤਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਮੁੜ ਕੇ ਜੇ ਸੱਤਾ ਹਾਸਲ ਕਰਨੀ ਆ, ਲੋਕਾਂ ਦਾ ਵਿਸ਼ਵਾਸ ਜਿੱਤਣਾ ਹੈ, ਤਾਂ ਅਸੀਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਮੁੜ ਸਕਦੇ ਹਾਂ। ਜਦੋਂ ਪਹਿਲਾਂ ਅਕਾਲੀ ਦਲ ਹੋਂਦ 'ਚ ਆਉਂਦਾ ਹੈ ਤੇ ਉਹ ਕਮੇਟੀ ਲਈ ਆਉਂਦਾ ਹੈ, ਕਮੇਟੀ ਦੇ ਪ੍ਰਬੰਧਾਂ ਲਈ ਆਉਂਦਾ ਹੈ, ਮਰਜੀਵੜੇ ਪੈਦਾ ਹੁੰਦੇ ਆ ਔਰ ਉਹ ਸਾਰਾ ਪ੍ਰਬੰਧ ਗੁਰਦੁਆਰਿਆਂ ਦਾ ਕਰਨ ਲਈ ਅੱਗੇ ਵੱਧਦਾ, ਮੁੜ ਕੇ ਉਹ ਸਿਆਸਤ ਵਿੱਚ ਆਉਂਦਾ ਹੈ। ਫਿਰ ਹੌਲੀ ਹੌਲੀ ਉਹ ਸਿੱਖਾਂ ਦੀ ਸਿਆਸਤ ਛੱਡਦਾ, ਕਿਉਂਕਿ ਭਾਰਤੀ ਸੰਵਿਧਾਨ ਅਨੁਸਾਰ ਉਹਨਾਂ ਨੂੰ ਚੱਲਣਾ ਪੈਣਾ ਸੀ ਤੇ ਉਹੀ ਭਾਰਤੀ ਸੰਵਿਧਾਨ ਦੇ ਤਹਿਤ ਹੁਣ ਉਹਨਾਂ ਨੂੰ 2 ਸੰਵਿਧਾਨ ਰੱਖਣ ਲਈ ਵੀ ਉਹਨਾਂ ਅਦਾਲਤਾਂ ਦੇ ਚੱਕਰ ਮਾਰਨੇ ਪੈ ਰਿਹਾ। ਸਰਦਾਰ ਸਾਹਿਬ, ਇਹ ਵੀ ਇੱਕ ਸਰਦਾਰ ਬਲਕਾਰ ਸਿੰਘ ਕਹਿੰਦੇ ਨੁਕਸਾਨ ਨਾ ਹੋਵੇ, ਮੈਨੂੰ ਲੱਗਦਾ ਉਹ ਫਾਇਦਾ ਚਾਹੁੰਦੇ ਆ ਕਿ ਸ਼੍ਰੋਮਣੀ ਕਮੇਟੀ ਥਾਣੀ ਸਾਡੀ ਸਰਵਾਈਵਲ ਸੰਭਵ ਹੈ। ਦੇਖੋ ਰੰਧਾਵਾ ਜੀ, ਤੁਹਾਨੂੰ ਪਤਾ ਹੈ ਚੰਗੀ ਤਰ੍ਹਾਂ, ਬਲਕਾਰ ਸਿੰਘ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਤੇ BJP ਨੂੰ ਵਰਤਣਾ ਤਾਂ ਤੇ ਬਾਦਲ ਸਾਹਿਬ ਜਾ ਕੇ ਗੁਰਦੁਆਰਾ ਐਕਟ ਜੇ ਤਰਮੀਮ ਕਰ ਦਿਓ, ਇਹ ਸਹਿਜਦਾਰੀ ਕੱਢ ਦਿਓ, ਕਦੇ ਲੋੜ ਪਈ ਹਰਿਆਣਾ ਕੱਢ ਦਿਓ ਕਿ ਹਰਿਆਣਾ ਵੱਖਰਾ ਕਮੇਟੀ ਨਾ ਬਣਾ ਜਾਏ। ਹਰਿਆਣਾ ਦੇ ਸਿੱਖਾਂ ਨੂੰ ਹੱਕ ਹੀ ਨਹੀਂ ਕਿ ਆਪਣਾ ਗੁਰਦੁਆਰਾ ਪ੍ਰਬੰਧ ਆਪ ਕਰ ਲੈਣ। ਉਸ ਵੇਲੇ ਤੇ ਕਹਿੰਦੇ ਕੋਈ ਕਬਜ਼ਾ ਨਹੀਂ, ਫਿਰ ਠੀਕ ਹੈ। ਇਸ ਵੇਲੇ ਮੇਰੀ ਆਪਣੀ ਖਿਆਲ ਹੈ ਅਕਾਲੀ ਦਲ ਆਪਣੀ ਇਲੈਕਸ਼ਨ ਹਾਰਨ ਤੋਂ ਬਾਅਦ ਗੁਰਦੁਆਰਾ ਨੂੰ ਅੱਗੇ ਸ਼ੀਲਡ ਵਰਤ ਕੇ ਕਿ ਗੁਰਦੁਆਰਾ ਇਹ ਵਾਪਸ ਮੁੜ ਪੋਲਿਟਿਕਸ ਆਉਣ ਦਾ ਇੱਕ ਰਸਤਾ ਲੱਭਿਆ, ਜਿਹੜਾ ਮੈਂ ਸਮਝਦਾ ਸਿੱਖਾਂ ਲਈ ਜ਼ਿਆਦਾ ਹਾਨੀਕਾਰਕ ਹੈ। ਸਰਦਾਰ ਸਾਹਿਬ, ਇੱਕ ਗੱਲ ਦਾ ਜਵਾਬ ਦਿਓ, ਕਿਉਂਕਿ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉਹਦਾ ਆਧਾਰ ਵੀ ਤਾਂ ਤੁਸੀਂ ਹੋ। ਤੁਸੀਂ ਮੈਨੂੰ ਆਪ ਹੀ ਤੇ ਦੱਸਿਆ ਸੀ ਕਿ ਪਹਿਲੀ ਵਾਰੀ ਵਾਜਪਾਈ ਸਾਹਿਬ ਨਾਲ ਗੱਠਜੋੜ ਅਕਾਲੀ ਦਲ ਦਾ ਤੁਸੀਂ ਕਰਾਇਆ। ਤੁਸੀਂ ਉਸ ਦਿਨੇ ਮਿਲੇ, ਮੁੜ ਕੇ ਸ਼ਾਮ ਨੂੰ ਤੁਸੀਂ ਉਹਨਾਂ ਦਾ ਡਿਨਰ ਅਰੇਂਜ ਕੀਤਾ, ਉਹਦੇ ਵਿੱਚ ਤੁਸੀਂ ਆਪ ਵਾਜਪਾਈ ਸਾਹਿਬ ਦੀ ਕੋਠੀ ਸੀ, ਬਾਦਲ ਸਾਹਿਬ ਉਹਨਾਂ ਦੀ ਧਰਮ ਪਤਨੀ ਸੁਖਬੀਰ ਸਿੰਘ ਬਾਦਲ, ਉਹਨਾਂ ਨਾਲ ਤੁਸੀਂ ਬੈਠ ਕੇ ਡਿਨਰ ਖਾਧਾ ਤੇ ਪੱਕੀ ਜੁੜ ਗਈ ਸਾਂਝ ਤੁਹਾਡੇ ਦਾ। ਹਾਂਜੀ, ਇਹ ਮੈਂ ਕਲੈਰੀਫਾਈ ਕਰਦੇ ਹਾਂ। ਉਦੋਂ 2 ਰਸਤੇ ਸੀ, ਜਿਹੜੇ MP ਗਏ ਜਾਂ ਕਾਂਗਰਸ ਵੱਲ ਜਾਣ ਜਾਂ BJP ਵੱਲ ਜਾਣ। ਸਾਡੇ ਕੋਲ ਤਾਂ ਰਸਤਾ ਹੀ ਨਹੀਂ ਸੀ ਉਸ ਵੇਲੇ, ਜਾਂ ਫਿਰ ਇਹ ਕਾਂਗਰਸ ਨੂੰ ਵੋਟ ਪਾਉਂਦੇ। ਉਸ ਵੇਲੇ ਹਾਲਾਤ ਜੋ ਜੁੜ ਰਹੇ ਸੀ ਕਿ ਸੀਤਾਰਾਮ ਕੇਸਰੀ ਸਰਕਾਰ ਬਣਾ ਰਿਹਾ ਸੀ, ਕਦੇ ਦੇਵ ਗੌੜਾ ਬਣਾ ਲੇ, ਕਦੇ ਉਸ ਲਈ ਵੀ ਅਕਾਲੀ ਕਿੱਧਰ ਜਾਣ। ਦੈਟ ਵਾਜ਼ ਦੀ ਓਨਲੀ ਚੋਇਸ ਕਿ ਟੂ ਗੋ ਵਿਦ ਵਾਜਪਾਈ ਔਰ ਗੋ ਵਿਦ ਸੀਤਾਰਾਮ ਕੇਸਰੀ। ਸੋ ਉਹ ਮੈਂ ਤੇ ਉਸ ਵਕਤ ਜੋ ਕੀਤਾ ਉਹ ਹਾਲਾਤ ਮੁਤਾਬਕ ਹਨ। ਦੇਖੋ ਪੋਲੀਟੀਕਲ ਦਿੱਲੀ ਜਾ ਕੇ ਆਜ਼ਾਦੀ ਹੈ, ਅਸੀਂ ਇਹੀ ਕਹਿ ਰਹੇ ਹਾਂ ਗੁਰਦੁਆਰਿਆਂ 'ਚ ਆਜ਼ਾਦੀ ਨਹੀਂ। ਅੱਛਾ, ਵੈਸੇ ਸਰਦਾਰ ਸਾਹਿਬ, ਚਲੋ ਗੱਲ ਤੁਰ ਪਈ, ਉਹ ਕਹਿੰਦੇ ਹੁੰਦੇ ਨਾ ਗੱਲ ਤੋਰਨੀ ਤੇ ਨਹੀਂ ਸੀ, ਗੱਲ ਤੋਰ ਦੀ ਵਿੱਕੀ ਦੇ ਨਾਲ ਤੁਰ ਪਈ ਤੇ ਤੁਰੀ 'ਚ ਸੁਣਾਇਆ ਵੇ ਗਿਆ। ਮੈਨੂੰ ਇਹ ਜ਼ਰੂਰ ਦੱਸ ਦਿਓ ਬਈ, ਵਾਜਪਾਈ ਵੇਲੇ ਰਿਸ਼ਤੇ ਸਭ ਤੋਂ ਬਿਹਤਰ ਸੀ ਅਕਾਲੀ ਦਲ ਦੇ BJP ਨਾਲ, ਜਾਂ ਉਸ ਤੋਂ ਬਾਅਦ? ਮੈਨੂੰ ਸਮਝਾਇਓ ਜ਼ਰਾ ਤਫਸੀਲ ਨਾਲ ਕਿ ਸਾਂਝਾ ਕਿੰਨੀਆਂ ਕੁ ਪੀੜ੍ਹੀਆਂ ਰਹੀਆਂ, ਮਤਲਬ ਕਿੰਨੇ ਕੁ ਰਹੇ, ਤੇ ਇਹਨਾਂ ਦੇ ਵਿੱਚ ਅੱਗੇ ਕਿਵੇਂ ਗੱਲ ਵਧੀ ਤੇ ਅੱਜ ਕਿੱਥੇ ਕੋ ਖੜੇ ਆ? ਵਾਪਸੀ ਹੈ ਸੰਭਵ? ਦੇਖੋ ਵਾਜਪਾਈ ਜੀ ਨਾਲ ਜੋ ਸਾਡਾ ਰਿਸ਼ਤਾ ਰਿਹਾ ਉਹ ਇੱਕ ਗੋਲਡਨ ਪੀਰੀਅਡ ਹੈ, ਇਹ ਕਦੇ ਨਾ ਭੁੱਲੋ। ਇਹ ਵਾਜਪਾਈ ਸੀ ਜਿਹੜਾ 1999 ਸ਼ਤਾਬਦੀ ਮਨਾਈ ਗਈ
ਆਪਣਾ ਭਾਈ ਮਨਜੀਤ ਸਿੰਘ ਜੀ ਉਦੋਂ ਜਥੇਦਾਰ ਸਨ ਤੇ 100 ਕਰੋੜ ਦਾ ਸ਼ਗਨ ਪਾ ਕੇ ਸਾਡਾ ਮਿਊਜ਼ੀਅਮ ਬਣਾ ਗਿਆ। ਵਾਜਪਾਈ ਨੇ ਹੱਥੋਂ ਸਿੱਖਾਂ ਨਾਲ ਪੋਲਿਟਿਕਸ ਨਹੀਂ ਕੀਤਾ, ਸਿਰਫ ਉਹ ਸਾਡੀ ਹਰ ਮੰਗ ਨੂੰ ਹਰ ਜਗ੍ਹਾ ਸਾਨੂੰ ਦਿੰਦਾ ਰਿਹਾ। ਉਸ ਤੋਂ ਬਾਅਦ ਹਾਲਾਤ ਠੀਕ ਚੱਲਦੇ ਰਹੇ, ਬਿਲਕੁਲ ਠੀਕ ਹੈ। ਜਿਹੜੀ ਇਹ ਅੱਜ ਦੀ ਤਰੇਟ ਹੈ ਨਾ, ਇਹਦੇ 'ਚ ਮੈਂ ਬੜਾ ਕਲੀਅਰ ਹਾਂ ਕਿ ਫੇਲਿਅਰ ਅਕਾਲੀ ਦਲ ਦਾ। ਜਿਹੜੀ ਹੁਣ ਸਰਕਾਰ ਹੈ ਜਾਂ ਮੋਦੀ ਪਰਸਨ ਹੈ, ਉਹਦੇ 'ਚ ਕਦੀ ਅਸੀਂ ਦੁਬਾਰਾ ਇੱਕ ਵਾਰੀ ਬੜੀ ਵਧੀਆ ਡਿਬੇਟੇਬਲ ਪੁਆਇੰਟ ਹੈ ਕਿ ਇੱਥੇ ਫਾਲਟ ਕਿੱਦਾਂ ਆਇਆ। ਦੇਖੋ, ਇੱਕ ਜਿਹੜੀ ਕਿਸਾਨ ਮੂਵਮੈਂਟ ਨੂੰ ਅਗਰ ਵੱਖਰਾ ਰੱਖੀਏ ਤਾਂ ਫਿਰ ਅਕਾਲੀ ਦਲ ਜਾਂ ਮੋਦੀ ਦਾ ਇਹ ਬਹੁਤ ਅੱਛਾ ਸਬਜੈਕਟ ਹੈ ਵੇਖਣ ਦਾ ਕਿ ਗਲਤੀ ਕਿਸ ਦੀ ਹੈ। ਫੇਲਿਅਰ ਜਿਹੜਾ ਸਾਡਾ ਸੀ, ਜਿਹੜਾ ਅੱਜ ਫੇਲਿਅਰ ਹੋ ਕੇ ਗੁਰਦੁਆਰਾ ਕਮੇਟੀ ਛੁਪਾ ਰਹੇ, ਸਾਡਾ ਫੇਲਿਅਰ ਐਜ਼ ਅਕਾਲੀ ਦਲ ਪਾਰਟਨਰ ਵਿਦ ਦੀ ਗਵਰਨਮੈਂਟ, ਅਸੀਂ ਸਿੱਖਾਂ ਦਾ ਕੁਝ ਕਰਵਾ ਨਹੀਂ ਸਕੇ। ਉਹ ਫੇਲਿਅਰ ਨੂੰ ਛੁਪਾਉਣ ਲਈ ਮੈਂ ਇੱਕ ਸਵਾਲ ਹੋਰ ਖੜਾ ਕਰਨਾ ਚਾਹੁੰਦਾ। ਚਲੋ ਹੁਣ ਗੱਲ ਅੱਗੇ ਵਧਾ ਲੈਂਦੇ ਆ। ਵਾਜਪਾਈ ਸਾਹਿਬ ਨਰਸਿਮਹਾ ਰਾਓ ਤੋਂ ਬਾਅਦ ਇੱਕ ਐਸੇ ਪ੍ਰਸ਼ਾਸਕ ਸੀ ਜਿਹੜੇ ਫੈਸਲੇ ਲੈਣ ਨੂੰ ਟਾਲਦੇ ਰਹਿੰਦੇ ਹੁੰਦੇ ਸੀ। ਲੇਕਿਨ ਮੈਨੂੰ ਇਹ ਵੀ ਯਾਦ ਹੈ ਕਿ ਪਿਛਲੇ 30 ਸਾਲਾਂ 'ਚ 5-7 ਵਾਰੀ ਤੋਂ ਵੱਧ ਵਾਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਰਾਹ ਦੇਣ ਲਈ, ਖੁੱਲਾ ਰਾਹ ਦੇਣ ਲਈ ਪਾਕਿਸਤਾਨ ਕਹਿੰਦਾ ਰਿਹਾ। ਲੇਕਿਨ ਇਹ ਸਿਰਫ ਸੰਭਵ ਹੋਇਆ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਚ, ਜਿੱਥੇ ਫੈਸਲੇ ਲੈਣ ਲਈ ਇੱਧਰ ਉੱਧਰ ਵਹਿੰਦੇ ਨਹੀਂ, ਉਹ ਸਿੱਧਾ ਲੈ ਲੈਂਦੇ ਆ। ਆ ਜਿਹੜਾ ਕਿਸਾਨਾਂ ਵਾਲਾ ਸੀ, ਇਹ ਪੁੱਠਾ ਫੈਸਲਾ ਸੀ, ਇਹ ਵੀ ਲੈ ਲਿਆ। ਲੇਕਿਨ ਜਿਹੜਾ ਸਿੱਖਾਂ ਨੂੰ ਰਾਹ ਦੇਣ ਦਾ ਸੀ ਕਰਤਾਰਪੁਰ ਵਾਲਾ, ਉਹ ਵੀ ਮੋਦੀ ਨੇ ਲਿਆ। ਤੇ ਮੋਦੀ ਸਾਹਿਬ ਔਰ ਵਾਜਪਾਈ ਦੇ ਵਿੱਚ ਫਰਕ ਕੀ ਆ ਸਿੱਖਾਂ ਨੂੰ ਸਮਝਣ ਲਈ? ਤੁਸੀਂ ਕਿਉਂਕਿ ਦੋਨਾਂ ਦੇ ਨਾਲ ਢੁੱਕ ਕੇ ਬੈਠੇ ਹੋ ਇੱਕ ਤੋਂ ਵੱਧ ਵਾਰੀ। ਵਾਜਪਾਈ ਸਾਹਿਬ ਨਾਲ ਤਾਂ ਤੁਹਾਡੀ ਸ਼ਾਮਾਂ ਵੀ ਸਾਂਝੀਆਂ ਹੁੰਦੀਆਂ ਸੀ, ਪਤਾ ਲੱਗਿਆ। ਬਹੁਤ ਅੱਛਾ ਸਵਾਲ ਹੈ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ, ਮੈਂ ਪੋਲੀਟੀਕਲ, ਕਿਉਂਕਿ ਤੁਸੀਂ ਸਵਾਲ ਕੀਤਾ ਹੈ, ਹਰ ਰਜੀਮ ਦਾ ਹਰ ਵਕਤ ਦਾ ਹਾਲਾਤ ਹੁੰਦਾ ਹੈ। ਜੋ ਹਾਲਾਤ ਅੱਜ ਹੈ ਉਹ ਵਾਜਪਾਈ ਦੀ ਟਾਈਮ ਨਹੀਂ ਸਨ। ਸੋ ਜਿਹੜਾ ਪ੍ਰਾਈਮ ਮਿਨਿਸਟਰ ਉਸ ਵਕਤ ਦਾ ਹੋਏਗਾ ਉਹ ਪ੍ਰੈਜ਼ੈਂਟ ਕੰਡੀਸ਼ਨ ਜ਼ਰੂਰ ਦੇਖੇਗਾ। ਸਾਡੀਆਂ ਕੰਡੀਸ਼ਨ 'ਚ ਕਈ ਐਸੇ ਉਤਰਾਅ ਚੜਾਅ ਹੈ ਜਿਹੜੇ ਮੋਰ ਡਿਫਿਕਲਟ। ਵਾਜਪਾਈ ਦੇ ਵਕਤ ਜਿਹੜਾ ਹੈ ਪੋਲੀਟੀਕਲ ਕ੍ਰਾਈਸਿਸ ਨਹੀਂ ਸੀ ਆਇਆ, ਬੜੀ ਵੱਡੀ ਗੱਲ ਹੈ। ਪਰ ਵਾਜਪਾਈ ਦੀ ਇੱਕ ਨੀਤੀ ਡਿਫਰੈਂਟ ਸੀ। ਨੈਚੁਰਲੀ ਉਹ ਐਜ਼ ਯੂ ਅਸੈਸ ਦੈਟ ਆਲਸੋ। ਵੈਸੇ ਮੈਂ ਇੱਕ ਆਪਣੇ ਦੋਸਤਾਂ ਲਈ ਗੱਲ ਕਹਿ ਦਿਆਂ, ਤੁਸੀਂ ਅਕਸਰ ਸਿੱਧੀ ਗੱਲ ਕਹਿ ਦਿੰਦੇ ਹੋ ਇੱਕ ਲਾਈਨ ਦੇ ਵਿੱਚ, ਸਰਦਾਰ ਤਰਲੋਚਨ ਸਿੰਘ ਤਾਂ ਉਹ ਸਰਕਾਰ ਦੇ ਨਾਲ ਆ ਜੀ, ਤੁਸੀਂ ਹੋਰ ਵੀ ਸ਼ਬਦ ਵਰਤ ਲੈਂਦੇ ਹੋ। ਮੈਂ ਫਿਰ ਪੁੱਛਦਾ ਕਿ ਸਿੱਖਾਂ ਦੇ ਵਿੱਚ ਕਿੰਨੇ ਕੁ ਲੋਕ ਆ ਜਿਹੜੇ ਸਰਕਾਰਾਂ ਨਾਲ ਸਾਂਝ ਪਾ ਕੇ ਚੱਲ ਸਕਦੇ ਆ? ਸਰਕਾਰਾਂ ਨੂੰ ਦੁਸ਼ਮਣੀ ਨਾਲ ਲੈ ਕੇ ਚੱਲਾਂਗੇ ਇਸ ਦੇਸ਼ ਦੇ ਵਿੱਚ ਹੀ ਹੈ। ਤੁਸੀਂ ਕਹੋਗੇ ਲੈ ਇਹ ਤਾਂ ਬੜਾ ਹੌਲਾ ਬੰਦਾ ਰੰਧਾਵਾ, ਇਹ ਤਾਂ ਡਰ ਜਾਂਦਾ, ਇਹ ਤੇ ਏਜੰਸੀਆਂ ਤੋਂ ਡਰ ਗਿਆ, ਇਹ ਫਣ। ਮੈਂ ਕਹਿੰਦਾ ਹੈ ਕਿ ਆਪਾਂ ਸਿੱਖ ਹੈ, ਸਾਡੇ ਕੁਝ ਮਸਲੇ ਨੇ, ਮਸਲੇ ਹੱਲ ਕਿੰਨੇ ਕਰਨੇ। ਰੰਧਾਵਾ ਜੀ, ਤੁਸੀਂ ਇਸ ਵੇਲੇ ਟਾਪ ਸਾਡੇ ਸਿੱਖਾਂ ਦੇ ਆਈਕਨ ਹੋ, ਬੜੀ ਅੱਛੀ ਡਿਬੇਟ ਕਰਦੇ ਹੋ। ਪਰ ਇੱਕ ਗੱਲ ਮੈਨੂੰ ਦੱਸ ਦਿਓ ਜਵਾਬ, ਕੋਈ ਦੇਸ਼ ਐਸਾ ਦੱਸੋ ਜਿੱਥੇ ਲੋਕ ਕਹਿਣ ਸਾਡਾ ਸਰਕਾਰ ਨਾਲ ਵਾਹ ਹੀ ਨਹੀਂ, ਜਿੱਥੇ ਕੋਈ ਕਹਿਣ ਜੀ ਸਰਕਾਰ ਨਾਲ ਗੱਲ ਹੀ ਨਹੀਂ ਕਰਨੀ। ਸਰਕਾਰ ਇਲੈਕਟਿਡ ਗਵਰਨਮੈਂਟ ਹੁੰਦੀ ਹੈ, ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਗੱਲ ਨਹੀਂ ਕਰ ਰਹੇ। ਮੇਰੀ ਇੱਕੋ ਗੱਲ ਰਹੀ ਹੈ ਕਿ ਡਾਇਲਾਗ ਵਿਦ ਦੀ ਗਵਰਨਮੈਂਟ ਇਜ਼ ਇਲੈਕਟਿਡ ਗਵਰਨਮੈਂਟ। ਸੋ ਮੈਂ ਬੜਾ ਗੱਲ ਕਲੀਅਰ ਆ, ਜਿਹੜੀ ਗੱਲ ਆਪਾਂ ਚਲਾ ਰਹੇ ਹਾਂ ਪੋਲੀਟੀਕਲ ਨਹੀਂ ਚਲਾ ਰਹੇ। ਗਵਰਨਮੈਂਟਾਂ ਨਾਲ ਕਨਫਰੰਟੇਸ਼ਨ ਸਾਨੂੰ ਪੇ ਨਹੀਂ ਕੀਤਾ। ਮੈਂ ਇੱਕੋ ਗੱਲ ਦਾ ਧਾਰਨੀ ਆ ਕਿ ਜਿਹੜੀ ਡੈਮੋਕ੍ਰੈਟਿਕ ਸਿਸਟਮ, ਕਨਸਟੀਟਿਊਸ਼ਨਲ ਪ੍ਰੋਵੀਜ਼ਨ, ਪਾਰਲੀਮੈਂਟਰੀ ਸਿਸਟਮ ਅਸੀਂ ਅਡਾਪਟ ਨਹੀਂ ਕੀਤਾ। ਮੈਂ ਉਸ ਗੱਲ ਤੇ ਖੜਾ, ਇਸ ਗੱਲ ਤੇ ਮੈਂ ਲਿਖਦਾ ਵੀ ਹਾਂ। ਮੈਂ ਤੁਹਾਡੇ ਵੱਲ ਆਉਣਾ। ਆਪਾਂ ਸਰਦਾਰ ਬਲਕਾਰ ਸਿੰਘ ਨੂੰ ਇੱਕ ਗੱਲ ਤੇ ਨਾਲ ਲੈ ਲਈਏ। ਸਰਦਾਰ ਬਲਕਾਰ ਸਿੰਘ, ਕੌਮਾਂ ਆਪਣੇ ਲੀਡਰ ਪੈਦਾ ਕਰਦੀਆਂ ਵੱਡੇ ਕੱਦ, ਜਿਹੜੇ ਦੂਜੀਆਂ ਕੌਮਾਂ ਨਾਲ ਤੇ ਦੂਜੀਆਂ ਸਰਕਾਰਾਂ ਨਾਲ ਤੇ ਆਪਣੀਆਂ ਸਰਕਾਰਾਂ ਨਾਲ ਅੱਖ ਚੱਖ ਪਾ ਕੇ ਗੱਲ ਕਰ ਸਕਣ। ਸਿੱਖ ਕੌਮ ਦੇ ਵਿੱਚ ਲੀਡਰਸ਼ਿਪ ਕ੍ਰਾਈਸਿਸ ਇਹਨਾਂ ਦਿਨਾਂ 'ਚ ਦੇਖਿਆ ਜਾ ਰਿਹਾ। ਤੇ ਜੇ ਕੋਈ ਇੱਕ ਅੱਧ ਸਾਡੀਆਂ ਉਂਗਲਾਂ ਤੇ ਆਉਂਦਾ, ਆਪਾਂ ਉਹਨੂੰ ਸਭ ਤੋਂ ਪਹਿਲਾਂ ਕਹਿੰਦੇ ਤੇ ਗਦਾਰ ਆ, ਇਹ ਤਾਂ ਪ੍ਰਧਾਨ ਮੰਤਰੀ ਦੀ ਕੋਠੀ ਚੋਂ ਨਿਕਲਿਆ, ਇਹ ਤਾਂ ਫਲਾਣੇ ਦਿਨ ਆਪਾਂ ਫੋਟੋ 'ਚ ਦੇਖਿਆ ਸੀ ਫਲਾਣੇ ਨਾਲ ਖਲੋਤਾ। ਪਰ ਫਿਰ ਆਖਿਰਕਾਰ ਕੌਮ ਦਾ ਵਿਸ਼ਵਾਸ ਕਿਸੇ 'ਚ ਤਾਂ ਰੱਖਣਾ ਪਊ। ਸਾਨੂੰ ਉਹ ਬਾਦਲ ਹੋਣਗੇ, ਸਾਨੂੰ ਉਹ ਕੈਪਟਨ ਹੋਊਗਾ, ਸਾਨੂੰ ਉਹ ਚੰਨੀ ਹੋਊਗਾ, ਸਾਨੂੰ ਉਹ ਅੱਜ ਭਗਵੰਤ ਮਾਨ ਹੋਊਗਾ। ਕੋਈ ਤਾਂ ਸਾਡੀ ਗੱਲ ਉਸ ਜਗ੍ਹਾ ਤੇ ਕਰੂ ਜਿਸ ਮੰਚ ਤੋਂ ਸਾਡੇ ਮਸਲੇ ਹੱਲ ਹੋਣੇ ਆ। ਸਾਡੇ ਬੰਦੀ ਸਿੱਖ ਕਿਹਨੇ ਛੱਡਣੇ ਆ? ਸਾਡੇ ਬੰਦੀ ਸਿੱਖ ਗਵਰਨਮੈਂਟ ਨੇ ਛੱਡਣੇ। ਗੱਲ ਤਾਂ ਕੋਈ ਉਹਨਾਂ ਨਾਲ ਕਰੂਗਾ। ਜੇ ਉਹ ਆਪਣੇ ਕ੍ਰੈਡਿਟ ਲੈਂਦੇ ਆ, ਫਿਰ ਆਪਾਂ ਕਹਿੰਦੇ ਆ ਉਹਨਾਂ ਨੂੰ ਕੋਈ ਬੈਨੀਫਿਟ ਹੋਣਾ, ਉਹ ਪੰਜਾਬ 'ਚ ਵਿਸਥਾਰ ਕਰਨਾ ਚਾਹੁੰਦੇ ਆ। ਓਏ ਬਈ, ਅਸੀਂ ਹਰ ਗੱਲ 'ਚ ਸਿਆਸਤ ਕਿਵੇਂ ਕਰੀਏ? ਮੈਨੂੰ ਇਹਦਾ ਤੋੜ ਸਮਝਾਓ ਕਿ ਵਿਚਲਾ ਰਸਤਾ ਅਖਤਿਆਰ ਕਰਨਾ ਹੋਵੇ, ਜਿੱਥੇ ਮੈਨੂੰ ਲੋਕ ਇਹ ਨਾ ਕਹਿਣ ਕਿ ਮੈਂ ਸਰਦਾਰ ਤਰਲੋਚਨ ਸਿੰਘ ਦੀ ਪਿੱਠ ਪੂਰੀ ਆ ਤੇ ਮੈਂ ਗਦਾਰ ਨਹੀਂਗਾ। ਜਾਂ ਮੈਂ ਤੁਹਾਡੀ ਗੱਲ ਆ ਪੁੱਛ ਲਈ ਵੀ ਮੋਦੀ ਮਾੜਾ ਕਿਵੇਂ ਆ, ਤਾਂ ਤੁਸੀਂ ਕਿੱਦਾਂ ਮੈਨੂੰ ਸਮਝਾਓ ਕਿ ਲੋਕ ਗਾਲਾਂ ਨਹੀਂ ਕੱਢਣਗੇ। ਇੱਕ ਹੋਰ ਪਹਿਲੂ ਆ ਕਿ ਗਵਰਨਮੈਂਟ ਦੇ ਨਾਲ ਡਾਇਲੋਗ ਕਰਨਾ, ਕੁਝ ਪ੍ਰਾਪਤੀਆਂ ਕਰਕੇ ਫਿਰ ਥੋੜੀ ਤਿਆਰੀ ਕਰਕੇ ਫਿਰ ਅੱਗੇ ਵਧਣਾ, ਇਹ ਨੀਤੀ ਨਹੀਂ ਹੋਣੀ ਚਾਹੀਦੀ ਜੀ। ਇਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਤੁਸੀਂ ਐਕਸਪਲੇਨ ਕਰ ਹੀ ਦਿੱਤਾ ਹੈ, ਮੇਰੇ ਕਹਿਣ ਦੀ ਗੱਲ ਹੀ ਨਹੀਂ ਹੈ।
ਸਵਾਲ ਸਿਰਫ ਇੰਨਾ ਹੈ ਕਿ ਮੈਂ ਇਸ ਗੱਲ ਨੂੰ ਦੇਖਦਾ ਇਸ ਐਂਗਲ ਤੋਂ ਵੀ ਇਹ ਸਿਆਸਤ ਜਿਹੜੀ ਹੈ ਉਹਨੇ ਇਹ ਇੱਕ ਈਡੀਅਮ ਆ ਉਹਦਾ ਸਿਆਸਤ ਦਾ, ਵੀ ਜਿਹੜਾ ਉਹਦੇ ਨਾਲ ਨਹੀਂ ਉਹ ਉਹਦਾ ਦੁਸ਼ਮਣ ਹੈ, ਤੇ ਉਹਨੂੰ ਦੁਸ਼ਮਣ ਤੇ ਗਰਦਾਨ ਕੇ ਜੋ ਮਰਜ਼ੀ ਕਹਿ ਦਿੰਦਾ। ਮੈਂ ਇੱਕ ਗੱਲ ਕਹਿਣਾ ਕਿ ਅਕਾਲੀ ਜਿਹੜੇ ਲੀਡਰਾਂ ਦੀ ਤੁਸੀਂ ਗੱਲ ਕਰਦੇ ਹੋ, ਲੀਡਰ ਬਣਦੇ ਨੇ, ਲੀਡਰ ਜੰਮਦੇ ਨਹੀਂ। ਸਾਡੀ ਪ੍ਰੋਬਲਮ ਇਹ ਹੈ ਕਿ ਅਕਾਲੀ ਪੋਲਿਟਿਕਸ ਵਿੱਚ ਲੀਡਰ ਜੰਮਣ ਲੱਗ ਪਏ। ਉਹ ਜੰਮਣ ਵਾਲੇ ਜਿਹੜੇ ਉਹਨਾਂ ਦੀ ਮੈਜੋਰਿਟੀ ਹੋ ਗਈ। ਹੁਣ ਤਰਲੋਚਨ ਸਿੰਘ ਹੁਣੀ ਜਿਹੜੇ ਕਹਿੰਦੇ, ਤੁਸੀਂ ਵੀ ਕਹਿੰਦੇ ਹੋ ਜੇ ਇਲੈਕਸ਼ਨ ਹੋਵੇ ਤੇ ਉਹ ਮੈਜੋਰਿਟੀ 'ਚ ਨੇ, ਉਹ ਮੈਜੋਰਿਟੇਰੀਅਨ ਆਪਣੀ ਮਤਲਬ ਗੱਲ ਬਣਾ ਲੈਣਗੇ। ਪਰ ਉਹਦੇ ਨਾਲ ਜੇ ਬੇਸਿਕ ਨਿਗਾਰ ਜਿਹੜਾ ਲੀਡਰਸ਼ਿਪ ਦੀ ਕਮਿਟਮੈਂਟ 'ਚ ਆ ਗਿਆ, ਚੇਤਨਾ 'ਚ ਆ ਗਿਆ, ਵਿਜ਼ਨ 'ਚ ਆ ਗਿਆ, ਉਹਨੂੰ ਤਾਂ ਨਹੀਂ ਰੋਕਿਆ ਜਾ ਸਕਦਾ ਨਾ। ਉਹਦੇ ਹੈਗਾ ਹੀ ਹੈ। ਇਸ ਵੇਲੇ ਹੁਣ ਮਤਲਬ ਫਰਜ਼ ਕਰੋ ਅਕਾਲੀ ਦਲ ਹੈ, ਅਕਾਲੀ ਦਲ ਗੁਰਦੁਆਰੇ ਤੋਂ ਬਾਹਰ ਨਿਕਲੇਗਾ ਤੇ ਲੋਕਾਂ ਦਾ ਅਕਾਲੀ ਦਲ ਬਣੇਗਾ ਨਾ। ਜੇ ਉਹ ਗੁਰਦੁਆਰੇ 'ਚ ਵੜਿਆ ਰਹੇਗਾ, ਜਿਹੜਾ ਵਿਸਾਖੀ ਦਾ ਦਮਦਮਾ ਇਕੱਠ ਹੋਣਾ ਹੈ ਉਹਦੇ ਇਕੱਠ ਕੁਦਰਤੀ ਹੈ। ਉਹ ਲੋਕ ਤੇ ਗੁਰਦੁਆਰੇ ਗਏ ਹੋਏ ਨੇ, ਗੁਰਦੁਆਰੇ ਦੇ ਇਕੱਠ ਵਿੱਚ ਆਪਣੀ ਸਟੇਟਮੈਂਟ ਦੇਈ ਜਾਂਦਾ ਤਾਂ ਕੋਈ ਮਨਾ ਨਹੀਂ ਨਾ ਹੈ। ਉਹਦਾ ਜਿਹੜਾ ਸ਼੍ਰੋਮਣੀ ਕਮੇਟੀ ਦੀ ਸਟੇਜ ਤੋਂ ਇਹ ਗੱਲਾਂ ਕਰਨ ਦੀ ਥਾਂ ਤੇ ਉਹਨਾਂ ਨੂੰ ਗੱਲਾਂ ਕਰਨੀਆਂ ਚਾਹੀਦੀਆਂ। ਪ੍ਰੋਫੈਸਰ ਸਾਹਿਬ, ਇਹੀ ਤਾਂ ਫਾਇਦਾ ਸੀ ਹੁਣ ਤੱਕ ਅਕਾਲੀ ਪੋਲਿਟਿਕਸ ਨੂੰ ਕਿ ਉਹਨਾਂ ਨੂੰ ਬਣੀਆਂ ਸਟੇਜਾਂ ਮਿਲ ਰਹੀਆਂ, ਉਹਨਾਂ ਨੂੰ ਹੋਏ ਇਕੱਠ ਮਿਲ ਰਿਹਾ, ਉਹਨਾਂ ਲਈ ਉਹ ਸਾਧਨ ਪ੍ਰਬੰਧ ਮੌਜੂਦ ਨੇ। ਖੈਰ ਅਸੀਂ ਕਾਫੀ ਅੱਗੇ ਲੰਘ ਆਏ ਆ। ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਿਹੜਾ ਵੀ ਜਿੱਤ ਕੇ ਆ ਗਿਆ, ਕਮੇਟੀਆਂ ਉਹਦੀਆਂ ਹੀ ਨੇ, ਲੇਕਿਨ ਗੁਰੂ ਘਰ ਲੋਕਾਂ ਦੇ ਨੇ, ਗੁਰੂ ਘਰ ਸ਼ਰਧਾਵਾਨਾਂ ਦੇ ਨੇ, ਤੇ ਸ਼ਰਧਾਵਾਨਾਂ ਨਾਲ ਹੀ ਚੱਲਣੇ ਨੇ। ਪ੍ਰੋਫੈਸਰ ਬਲਕਾਰ ਸਿੰਘ ਜਾਂਦੇ ਹੋਏ ਗੱਲ ਕਰਨੀ, ਸਰਦਾਰ ਸਾਹਿਬ ਵੀ ਕੁਝ ਕਹਿਣ ਲੱਗਿਆ ਜੀ। ਮੈਂ ਤੇ ਸਿਰਫ ਇੰਨੀ ਗੱਲ ਰੰਧਾਵਾ ਸਾਹਿਬ ਕਹਿਣੀ ਹੈ ਕਿ ਬਾਦਲ ਪਰਿਵਾਰ ਜਿਹੜਾ ਬਾਦਲ ਕੇ ਜਿਹੜਾ ਅਕਾਲੀ ਦਲ ਜਿਹੜਾ ਅਕਾਲੀ ਦਲ ਨੂੰ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਕਿਸੇ ਦੀਆਂ ਮੁਤਾਜ ਨਹੀਂ ਰਹਿ ਸਕਦੀਆਂ। ਤੇ ਜਦੋਂ ਸਿਆਸੀ ਮੁਤਾਜੀ ਦਾ ਉਹਨਾਂ ਦੇ ਦੋਸ਼ ਲੱਗ ਜਾਏ ਤੇ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ। ਇਸ ਕਰਕੇ ਗੁਰੂ ਦੀਆਂ ਸੰਸਥਾਵਾਂ ਨੂੰ ਬਚਾਉਣ ਵਾਸਤੇ ਉਹਨਾਂ ਨੂੰ ਆਪ ਅੱਗੇ ਲੱਗਣਾ ਚਾਹੀਦਾ ਹੈ। ਕੰਨ ਤੇ ਲਿਖਿਆ ਹੋਇਆ ਹੈ, ਜੇ ਨਹੀਂ ਲੱਗਣਗੇ ਤੇ ਉਹ ਅਕਾਲੀ ਦਲ ਵੀ ਲੈ ਕੇ ਬਹਿ ਜਾਣਗੇ। ਇਹ ਤੇ ਹੋਣਾ ਹੀ ਹੋਣਾ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਚੰਗਾ ਜੀ, ਕੋਈ ਗਲਤ ਗਿਆ ਹੋਵੇ ਤੇ ਦਿਸ ਇਜ਼ ਓਨਲੀ ਫॉर ਅ ਡਿਬੇਟ।